ਇੱਥੇ ਇੱਕ ਡਾਇਰੈਕਟਰ ਜਿਹੜਾ SP ਆਨੰਦ ਉਹਨੇ ਆਪਣੀ 80,000 ਰੁਪਈਆ ਜਿਹੜੀ ਉਹਨੂੰ ਤਨਖਾਹ ਮਿਲਦੀ ਹੈ ਉਹਨੂੰ ਜਸਟੀਫਾਈ ਕਰਨ ਦੇ ਲਈ ਇਹਨਾਂ 3 ਪ੍ਰੋਫੈਸਰਾਂ ਨੂੰ ਕੱਢ ਦਿੱਤਾ। ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਨੇ ਮੁੱਖ ਮੰਤਰੀ ਸਾਹਿਬ ਕਿ ਜੀ ਅਸੀਂ ਨੌਕਰੀਆਂ ਦੇ ਰਹੇ ਹਾਂ, ਤੇ ਇੱਧਰ ਵੀ ਦੇਖ ਲਓ ਵੀ ਨੌਕਰੀਆਂ ਤੋਂ ਕੱਢੇ ਵੀ ਜਾ ਰਹੇ ਆ। ਇਹ ਤਾਂ ਰੈਗੂਲਰ ਬੰਦੇ ਆ, ਪਰਮਾਨੈਂਟ ਬੰਦੇ ਆ। ਇਹ ਵਿਧਾਨ ਸਭਾ 'ਚ ਪਾਸ ਹੋਇਆ ਟੀਚਰ ਨੂੰ ਕੱਢਣਾ ਤੇ ਸਰਕਾਰ ਦਾ ਜਿਹੜਾ ਮਹਿਕਮਾ DHE ਡਾਇਰੈਕਟਰ ਹਾਇਰ ਐਜੂਕੇਸ਼ਨ ਮੋਹਾਲੀ, ਤੁਸੀਂ ਉਹਦੇ ਤੋਂ ਪਰਮਿਸ਼ਨ ਲੈਣੀ ਹੁੰਦੀ। ਮੈਂ ਕਿਹਾ ਡਾਇਰੈਕਟਰ ਸਾਹਿਬ ਤੁਸੀਂ ਪਰਮਿਸ਼ਨ ਲਈ ਹੈ? ਕਹਿੰਦੇ ਉਹ ਤਾਂ ਲਈ ਨਹੀਂ। ਕਦੀ ਕਹਿੰਦੇ ਆ ਜੀ ਅਸੀਂ ਉਹ ਚੰਦਰ ਗ੍ਰਹਿਣ ਹੋ ਰਿਹਾ ਉੱਥੇ ਜਾ ਰਹੇ ਹਾਂ, ਕਦੀ ਕਹਿੰਦੇ ਅਸੀਂ ਐਮੀਨੈਂਸ ਸਕੂਲ ਖੋਲ ਰਹੇ ਹਾਂ। ਅੱਛੀ ਗੱਲ ਹੈ, ਮੁਬਾਰਕਬਾਦ ਦਿੰਦੇ ਹਾਂ ਅਸੀਂ, ਪਰ ਕੀ ਹਾਇਰ ਐਜੂਕੇਸ਼ਨ ਦਾ ਬੇੜਾ ਗਰਕ ਕਰਨ ਤੇ ਆਏ ਹੋਏ ਨੇ ਬੈਂਸ ਸਾਹਿਬ? ਨਾ ਤੁਸੀਂ ਸਰਕਾਰ ਨੂੰ ਮੰਨਦੇ ਹੋ, ਨਾ ਤੁਸੀਂ ਯੂਨੀਵਰਸਿਟੀ ਨੂੰ ਮੰਨਦੇ ਕਿਹਨੂੰ? ਗੁੰਡਾ ਰਾਜ ਪੈਦਾ ਕੀਤਾ ਉਸ SP ਆਨੰਦ ਨੇ। ਸਿੱਧੀ ਜੀ ਗੱਲ ਕਹੀਏ ਅਸੀਂ, ਜੇ ਤੁਸੀਂ ਇਦਾਂ ਹੀ ਸੜਕਾਂ ਤੇ ਮਜ਼ਦੂਰ ਰੋਲ ਦੇਣੇ ਆ, ਕਿਸਾਨ ਰੋਲ ਦੇਣੇ ਆ, ਤੇ ਵੱਡੀ ਗੱਲ ਆ ਅਧਿਆਪਕ ਰੋਲ ਦੇਣੇ ਆ। ਦੱਸ ਦੇਣਗੇ ਫਿਰ ਲੋਕ ਵੀ ਅਸੀਂ ਕੀ ਕਰਾਂਗੇ ਤੁਹਾਡਾ ਹਸ਼ਰ। ਤੁਸੀਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੋ? ਕਿਉਂਕਿ ਅਸੀਂ ਇਹ ਕਿਹਾ ਕਿ ਯੂਨੀਵਰਸਿਟੀ ਨੇ ਸਾਨੂੰ ਲੈਟਰ ਦਿੱਤੀ ਹੈ ਜੁਆਇਨਿੰਗ ਦੀ, ਉਹ ਕਹਿੰਦੇ ਆ ਕਿ ਜੁਆਇਨ ਕਰਾਓ। ਅੱਗੋਂ ਸਾਨੂੰ ਕਹਿੰਦੇ ਸਿੱਧਾ ਕੋਰਾ ਜਵਾਬ, ਕਹਿੰਦੇ ਨਾ ਜੀ ਮੈਂ ਕਿਸੇ ਯੂਨੀਵਰਸਿਟੀ ਨੂੰ ਨਹੀਂ ਮੰਨਦਾ, ਤੁਸੀਂ ਜੋ ਕਰਨਾ ਕਰ ਲਓ। ਅਸੀਂ ਤਿੰਨਾਂ ਨੇ ਅੱਗੋਂ ਕਿਹਾ ਸਰ ਸਾਡਾ ਤਾਂ ਮਰਨ ਹੈ, ਕੀ ਕਰੀਏ? ਕਹਿੰਦੇ ਮਰ ਜਾਓ। ਪਰ ਮੇਰੀ ਜਿਹੜੀ ਮੌਤ ਸੀ ਉਹਦਾ ਜ਼ਿੰਮੇਵਾਰ ਮੈਂ ਇੱਕੋ ਬੰਦੇ ਨੂੰ ਠਹਿਰਾਉਂਦੀ ਹਾਂ ਜਿਹਨੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਇਹ ਮਾਨਸਿਕ ਪੀੜਾ ਦਿੱਤੀ ਹੋਈ। ਸਰਕਾਰ ਤਾਂ ਕਹਿੰਦੀ ਸੀ ਸਾਨੂੰ ਕੱਲੀ ਗੱਲ ਦਾ ਪਤਾ ਜੀ, ਅਸੀਂ ਬਦਲਾਅ ਲਿਆ ਦਿਆਂਗੇ। ਹਾਂ ਉਹਨਾਂ ਨੂੰ ਪਤਾ, ਉਹਨਾਂ ਨੂੰ ਨਵਜੋਤ ਸਿੱਧੂ ਦਾ ਪਤਾ, ਉਹਨਾਂ ਨੂੰ ਰਾਜਾ ਵੜਿੰਗ ਦਾ ਪਤਾ। ਪ੍ਰੋਫੈਸਰ ਕੀ ਹੁੰਦੇ ਨੇ? ਇਹਨਾਂ ਨੇ ਸ਼ੁਰੂ ਹੀ HOD ਤੋਂ ਕੀਤਾ, ਫਿਰ ਤਾਂ ਇੱਕ ਕੰਮ ਹੋਰ ਕਰਨਾ ਸੀ ਕਿ HOD ਤੋਂ ਉੱਤੇ ਵੀ 2 ਅਹੁਦੇ ਹੈਗੇ ਆ, ਪ੍ਰਿੰਸੀਪਲ ਨੂੰ ਵੀ ਕੱਢ ਦੇਣਾ ਸੀ, ਡਾਇਰੈਕਟਰ ਨੂੰ ਵੀ ਕੱਢ ਦੇਣਾ ਸੀ। ਆਇਆ ਨਹੀਂ ਸਰਕਾਰ ਦਾ MLA ਜਾਂ ਨੁਮਾਇੰਦਾ ਤੁਹਾਡੀ ਗੱਲ ਸੁਣ, ਤੁਹਾਡੀ ਗੱਲ ਇਹ ਜੋ ਇੱਥੇ ਭੁੱਲਰ ਸਾਹਿਬ MLA ਨੇ, ਇਹ ਉਹਨਾਂ ਨੇ ਕਿਹਾ ਕਿ ਮੇਰੀਆਂ ਵੀ ਕੁਝ ਮਜਬੂਰੀਆਂ ਨੇ। ਇਹ ਤਾਂ ਜਦੋਂ ਹੁਣ ਚੋਣਾਂ ਆ ਜਾਣਗੀਆਂ ਕੋਈ, ਫਿਰ ਲੋਕ ਦੱਸਣਗੇ ਵੀ ਤੁਹਾਡੀਆਂ ਮਜਬੂਰੀਆਂ ਦਾ ਅਸੀਂ ਜਵਾਬ ਕੀ ਦਿੰਨੇ ਆ। ਕਿ ਜੇ ਉਹ ਕਲਾਸਾਂ 'ਚ ਪੜ੍ਹਾ ਸਕਦੇ ਆ ਨਾ, ਜੇ ਉਹ ਸਟਾਫ ਰੂਮ 'ਚ ਸੋਫਿਆਂ ਤੇ ਬਹਿ ਸਕਦੇ ਨੇ, ਤੇ ਆਪਣੇ ਹੱਕਾਂ ਲਈ ਉਹ ਦਰੀਆਂ ਤੇ ਦਿਨ ਰਾਤ ਸੜਕਾਂ ਤੇ ਰੁਲ ਵੀ ਸਕਦੇ। ਕਿਸਾਨਾਂ ਤੋਂ ਸਿੱਖਿਆ ਵੀ ਸੈਕਰੀਫਾਈਸ ਕਰਨਾ ਪਏਗਾ। 750 ਕਿਸਾਨ ਉੱਥੇ ਚਲਾ ਗਿਆ, ਸ਼ਹੀਦ ਹੋਇਆ, ਤੇ ਜੇ ਇੱਥੇ ਅਸੀਂ 10 15 20 ਪ੍ਰੋਫੈਸਰ ਸ਼ਹੀਦ ਹੋ ਜਾਣਗੇ ਤੇ ਕੀ ਹੋ ਜਾਊਗਾ? ਇਹ ਸਰਕਾਰਾਂ ਤੋਂ 100 200 ਕਰੋੜ ਰੁਪਈਆ ਲੈ ਚੁੱਕੇ ਨੇ, ਤੇ ਅੱਜ ਇਹ ਕਿੱਦਾਂ ਮੁਨਕਰ ਹੋ ਜਾਣਗੇ ਕਿ ਜੀ ਅਸੀਂ ਸਾਡੇ ਕੋਲ ਤਾਂ ਕਾਲਜ ਚੱਲਦੇ ਨਹੀਂ ਚੱਲਦੇ ਤਾਂ ਫਿਰ ਨਿਕਲ ਜਾਓ ਤੁਸੀਂ ਇੱਥੋਂ ਕਾਲਜਾਂ, ਸਾਨੂੰ ਲੋੜ ਨਹੀਂ ਤੁਹਾਡੇ ਵਰਗੀਆਂ ਮੈਨੇਜਮੈਂਟਾਂ ਦੀ। ਮੈਂ PhD ਹਾਂ, ਅੱਗੇ 4 ਵਿਦਿਆਰਥੀਆਂ ਨੂੰ PhD ਪੰਜਾਬ ਯੂਨੀਵਰਸਿਟੀ ਤੋਂ ਕਰਾ ਰਹੀ ਹਾਂ, ਤੇ ਮੈਂ ਡਾਇਰੈਕਟਰ SP ਆਨੰਦ ਨੂੰ ਇਹ ਕਹਿੰਦੀ ਹਾਂ ਕਿ ਕਾਲਜ ਦੇ ਵਿੱਚ 60 ਬੰਦਿਆਂ ਦਾ ਸਟਾਫ ਹੈ, ਕਿਸੇ ਇੱਕ ਮੈਂਬਰ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦੇ ਮੇਰੀ ਬਰਾਬਰ, ਕਿ ਮੇਰੀ ਅਕੈਡੈਮਿਕ ਗਰੋਥ ਉਸ ਬੰਦੇ ਦੀ ਮੇਰੇ ਬਰਾਬਰ ਹੋ। ਤਾਂ ਮੇਰੇ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਤੋਂ PhD ਕਰਕੇ ਪ੍ਰੋਫੈਸਰ ਲੱਗੇ ਹੋਏ ਆ। GNDU 'ਚ ਉਹ PhD ਕਰ ਰਹੇ ਨੇ, ਪ੍ਰੋਫੈਸਰ ਖਾਲਸਾ ਕਾਲਜ ਵਿੱਚ ਪੜ੍ਹਾ ਰਹੇ ਨੇ, ਦਿੱਲੀ ਯੂਨੀਵਰਸਿਟੀ ਦੇ ਕਈ ਕਾਲਜਸ ਵਿੱਚ ਪੜ੍ਹਾ ਰਹੇ ਨੇ। ਸਾਡੇ ਪੜ੍ਹਾਉਣ ਵਿੱਚ ਕੋਈ ਕਮੀ ਨਹੀਂ ਸੀ, ਇਹਨਾਂ ਦੀ ਨੀਅਤ ਵਿੱਚ ਕਮੀ ਸੀ। ਇਹ ਜਿਹੜੇ ਪ੍ਰੋਫੈਸਰ ਦਿਨ ਰਾਤ ਮਿਹਨਤਾਂ ਕਰ ਰਹੇ ਨੇ, ਪਤਾ ਨਹੀਂ ਕਿੰਨੇ ਇਹਨਾਂ ਨੇ ਹਜ਼ਾਰਾਂ ਵਿਦਿਆਰਥੀ ਪੜ੍ਹਾ ਕੇ ਕਿਹੜੇ ਮੁਕਾਮ ਤੇ ਪਹੁੰਚਾਏ ਨੇ, ਉਹਨਾਂ ਨੂੰ ਤੁਸੀਂ ਕੱਢ ਕੇ ਬਾਹਰ ਮਾਰੇ। ਅਸੀਂ ਤਾਂ ਸਮਲਕਾ ਸਾਹਿਬ ਨੂੰ ਜਿਨ੍ਹਾਂ ਦੇ ਪੁਰਖਿਆਂ ਨੇ ਕਾਲਜ ਖੋਲ੍ਹਿਆ ਸੀਗਾ ਐਜੂਕੇਸ਼ਨ ਸਪਰੈਡ ਕਰਨ ਦੇ ਲਈ, ਅਸੀਂ ਤਾਂ ਉਹਨਾਂ ਨੂੰ ਇਹ ਗੁਹਾਰ ਲਾ ਰਹੇ ਹਾਂ ਕਿ ਇਸ SP ਆਨੰਦ ਨੂੰ ਬਾਹਰ ਕੱਢੋ। ਮੁਕਤਸਰ ਦੇ ਵਿੱਚ ਕੱਢੇ ਹੋਏ ਨੇ ਟੀਚਰਸ, ਮਾਲਪੁਰ ਦੇ ਵਿੱਚ ਟੀਚਰ ਕੱਢੇ ਹੋਏ ਨੇ, ਮਕੇਰੀਆਂ ਦੇ ਵਿੱਚ ਟੀਚਰ ਕੱਢੇ ਹੋਏ ਨੇ। ਕਿੱਥੇ ਦਾ ਨਾਂ ਲਈਏ ਜਿੱਥੇ ਟੀਚਰ ਨਹੀਂ ਕੱਢੇ? ਸਰਕਾਰ ਸੁੱਤੀ ਪਈ ਹੈ। ਜਿਹੜੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਮਸਲੇ ਤੇ 92 ਸੀਟਾਂ ਲੈ ਕੇ ਗਈ ਹੈ, ਉਹ ਕਿੱਥੇ ਹੈ ਸਰਕਾਰ? ਇਹਨਾਂ ਨੂੰ ਇੱਕੋ ਦਮ ਕਹਿ ਦਿੱਤਾ ਗਿਆ ਕਿ ਤੁਸੀਂ ਫਾਰਗ ਹੋ, ਅੱਜ ਤੋਂ ਬਾਅਦ ਤੁਸੀਂ ਨਹੀਂ ਆਉਣਾ। ਇਹ ਮੇਰਾ ਖਿਆਲ ਹੈ ਕਿ ਹਿਟਲਰ ਦੀ ਔਲਾਦ ਦੁਆਰਾ ਪੈਦਾ ਹੋ ਗਈ ਹੈ, ਸਾਡੇ ਕਾਲਜ ਦੇ ਵਿੱਚ ਆ ਗਈ ਹੈ। ਨਹੀਂ MA ਪੰਜਾਬੀ ਬੰਦ ਕਰਤੀ, MA ਹਿਸਟਰੀ ਬੰਦ ਕਰਤੀ, MA ਅੰਗਰੇਜ਼ੀ ਚੱਲ ਰਹੀ ਹੈ। ਅੰਗਰੇਜ਼ੀ ਦੇ ਪ੍ਰੋਗਰਾਮ ਨੂੰ ਦੇਣ ਲਈ ਪੈਸੇ ਦੀ ਪ੍ਰੋਬਲਮ ਥੋੜੀ ਹੈ। ਮਾਂ ਬੋਲੀ ਦੀ ਕੌਣ ਦੀ ਮਾਂ ਬੋਲੀ ਨਾਲ ਰੁਜ਼ਗਾਰ ਥੋੜੀ ਮਿਲਦਾ ਯਾਰ, ਮਾਂ ਬੋਲੀ ਨਾਲ ਰੋਟੀ ਥੋੜੀ ਮਿਲਦੀ ਹੈ। ਮਾਂ ਬੋਲੀ ਨਾਲ ਸਾਡਾ ਕੀ ਤਾਲੁਕ ਹੈ? ਸਾਡਾ ਤਾਲੁਕ ਪੈਸੇ ਨਾਲ। ਸਾਨੂੰ ਤਾਂ ਲੱਗਦਾ ਸੀ ਇੱਕ ਬਦਲਾਅ ਹੈ, ਬੜਾ ਵੱਡਾ ਬਦਲਾਅ ਹੈ, ਲੇਕਿਨ ਉਹ ਜਦੋਂ ਇਦਾਂ ਦਾ ਮਾਹੌਲ ਦੇਖਦੇ ਆ ਤੇ ਹਰ ਦੂਜੇ ਦਿਨ ਲੱਗਦਾ ਵੀ ਇਹ ਤਾਂ ਬਦਲਾਅ ਘੱਟ ਹੈ ਤੇ ਡਰਾਮਾ ਜ਼ਿਆਦਾ ਸੀਗਾ। ਲੋਕਵਾਈ TV ਨਾਲ ਜੁੜੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਇਸ ਵਕਤ ਅਸੀਂ ਫਿਰੋਜ਼ਪੁਰ ਦੇ ਵਿੱਚ ਹਾਂ ਤੇ ਫਿਰੋਜ਼ਪੁਰ ਦੇ RSD ਕਾਲਜ ਬੜਾ ਮਸ਼ਹੂਰ ਕਾਲਜ ਹੈ, ਆਜ਼ਾਦੀ ਤੋਂ ਪਹਿਲਾਂ ਦਾ ਇਹ ਕਾਲਜ ਹੈ ਜੋ ਉੱਤੇ ਅੱਗੇ ਲਿਖਿਆ ਹੋਇਆ, ਤੇ ਉੱਥੇ ਇੱਕ ਧਰਨਾ ਚੱਲ ਰਿਹਾ ਹੈ ਪ੍ਰੋਫੈਸਰਾਂ ਨੂੰ ਕੱਢਣ ਨੂੰ ਲੈ ਕੇ। 3 ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਕੱਢਿਆ ਗਿਆ। ਮਾਮਲਾ ਕੀ ਹੈ ਸਾਰੀ ਜਾਣਕਾਰੀ ਲਵਾਂਗੇ।
ਤੇ ਇਹ ਵੀ ਦੇਖਾਂਗੇ ਇਹਦੇ ਪਿੱਛੇ ਕੌਣ ਹੈ, ਕਿਉਂ ਕੱਢਿਆ ਗਿਆ, ਜਦ ਕਿ ਇੱਕ ਪਾਸੇ ਇੱਥੇ ਚੱਲ ਰਿਹਾ ਕਿ ਰੁਜ਼ਗਾਰ ਦੇਣਾ ਹੈ ਸਭ ਨੂੰ, ਜਿਹੜਾ ਹੈ ਕਿ ਹਰ ਘਰ ਨੌਕਰੀ ਵਰਗੀਆਂ ਗੱਲਾਂ ਚੱਲ ਰਹੀਆਂ, ਤੇ ਦੂਜੇ ਪਾਸੇ ਪ੍ਰੋਫੈਸਰਾਂ ਨੂੰ ਜਿਨ੍ਹਾਂ ਨੇ ਜਿਹੜੇ ਚਾਨਣ ਮਨਾਰੇ ਹੁੰਦੇ ਆ, ਜਿਨ੍ਹਾਂ ਨੇ ਰਾਸ਼ਟਰ ਦੀ ਸਿਰਜਣਾ ਕਰਨੀ ਹੁੰਦੀ ਆ, ਉਹਨਾਂ ਨੂੰ ਕਿਉਂ ਬਾਹਰ ਕੱਢਿਆ ਗਿਆ। ਗੱਲਬਾਤ ਕਰਦੇ ਆ ਕੀ ਮਾਮਲਾ ਜੀ, ਪਹਿਲਾਂ ਮਾਮਲੇ ਬਾਰੇ ਜ਼ਰੂਰ। ਮਸਲਾ ਇਹ ਹੈ ਜੀ ਕਿ RSD ਕਾਲਜ ਫਿਰੋਜ਼ਪੁਰ ਜਿਹਦਾ 100 ਸਾਲ ਦਾ ਇੱਕ ਬੜਾ ਸ਼ਾਨਦਾਰ ਇਤਿਹਾਸ ਰਿਹਾ ਹੈ, ਉਸ ਕਾਲਜ ਨੇ ਆਪਣੇ 3 ਪ੍ਰੋਫੈਸਰ ਕੁਲਦੀਪ ਜੀ, ਪ੍ਰੋਫੈਸਰ ਮਨਜੀਤ ਕੌਰ ਜੀ ਔਰ ਪ੍ਰੋਫੈਸਰ ਲਕਸ਼ਮਿੰਦਰ ਉਹਨਾਂ ਨੂੰ ਰਿਲੀਵ ਕਰ ਦਿੱਤਾ। ਰਿਲੀਵ ਇਹ ਕਹਿ ਕੇ ਕੀਤਾ ਕਿ ਸਾਡੇ ਕੋਲ ਵਰਕਲੋਡ ਹੈ ਨਹੀਂ, ਬੱਚੇ ਬਹੁਤ ਘਟ ਗਏ ਕਾਲਜਾਂ ਦੇ ਵਿੱਚ, ਇਸ ਕਰਕੇ ਅਸੀਂ ਇਹ ਬੱਚੇ ਟੀਚਰ ਜਿਹੜੇ ਆ ਉਹ ਰਿਲੀਵ ਕਰ ਰਹੇ ਹਾਂ। ਪੰਜਾਬ ਯੂਨੀਵਰਸਿਟੀ ਕੋਲ ਅਪਰੋਚ ਕੀਤੀ ਗਈ, ਪੰਜਾਬ ਯੂਨੀਵਰਸਿਟੀ ਨੇ ਅਗਲੇ ਦਿਨ ਹੀ ਚਿੱਠੀ ਕੱਢ ਦਿੱਤੀ ਵੀ ਤੁਸੀਂ ਇਹ ਗਲਤ ਕੀਤਾ, ਤੁਸੀਂ ਨਹੀਂ ਕਰ ਸਕਦੇ, ਤੁਸੀਂ ਸਾਡੇ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਐਸ ਪਰ ਯੂਨੀਵਰਸਿਟੀ ਕੈਲੰਡਰ, ਤੁਸੀਂ ਉਹ ਨਹੀਂ ਲਈ ਹੈ, ਇਸ ਕਰਕੇ ਇਹਨਾਂ ਨੂੰ ਜੁਆਇਨ ਕਰਾਇਆ ਜਾਵੇ। ਜਦੋਂ ਇਹ ਟੀਚਰਸ ਆ ਕੇ ਇਹਨਾਂ ਨੂੰ ਮਿਲੇ ਤਾਂ ਇਹਨਾਂ ਨੂੰ ਜੁਆਇਨ ਕਰਾਉਣ ਤੋਂ ਮਨਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਾਡੀ ਜਿਹੜੀ ਜਥੇਬੰਦੀ ਹੈ AUCT, ਜਿਹਦੇ ਵਿੱਚ ਪੰਜਾਬ ਦੀਆਂ 3 ਯੂਨੀਵਰਸਿਟੀ ਦੇ ਜਿਹੜੇ ਐਫੀਲੀਏਟਡ ਕਾਲਜਸ ਨੇ ਉਹਦੇ ਮੈਂਬਰ ਹੈਗੇ ਨੇ, ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਧਰਨਾ ਲਾਵਾਂਗੇ ਔਰ ਦਿਨ ਰਾਤ ਦਾ ਧਰਨਾ ਲੱਗੇਗਾ। 5 ਤਰੀਕ ਤੋਂ ਸਾਡੀ ਜਥੇਬੰਦੀ ਨੇ ਧਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਕਿਸਾਨ ਜਥੇਬੰਦੀਆਂ, ਜਿਹਦੇ ਵਿੱਚ ਮੁਲਾਜ਼ਮ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਔਰ ਫਿਰੋਜ਼ਪੁਰ ਸ਼ਹਿਰ ਉਮੜ ਕੇ ਆਇਆ ਕਿ ਜੇ ਐਡਾ ਵੱਡਾ ਘਾਣ ਦੇਸ਼ ਦੀ ਉਸ ਕਲਾਸ ਦੇ ਨਾਲ ਜਿਹਨੇ ਕਿ ਦੇਸ਼ ਨੂੰ ਸਿਰਜਣਾ ਹੈ, ਦੇਸ਼ ਨੂੰ ਬਣਾਉਣਾ ਹੈ, ਅਧਿਆਪਕ ਔਰ ਖਾਸ ਕਰਕੇ ਹਾਇਰ ਐਜੂਕੇਸ਼ਨ ਦੇ ਫੀਲਡ ਦੇ ਬੰਦੇ, ਤਾਂ ਉਸ ਤੋਂ ਬਾਅਦ ਦੇਸ਼ ਦਾ ਬਣੂਗਾ ਕੀ। ਔਰ 5 ਤਰੀਕ ਤੋਂ ਅਸੀਂ ਲਗਾਤਾਰ ਜਿਹੜਾ ਉਹ ਦਿਨ ਰਾਤ ਧਰਨੇ ਤੇ ਬੈਠੇ ਹਾਂ ਔਰ ਅਸੀਂ ਮੈਨੇਜਮੈਂਟ ਨੂੰ ਇਹ ਗੁਹਾਰ ਲਾ ਰਹੇ ਹਾਂ ਕਿ ਇਹਨਾਂ ਅਧਿਆਪਕ ਸਾਥੀਆਂ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ, ਕਿਉਂਕਿ ਜਿਹੜੇ ਡਾਟਾ ਅਸੀਂ ਕਲੈਕਟ ਕੀਤਾ ਉਹਦੇ ਅਨੁਸਾਰ ਇਸ ਕਾਲਜ ਦੇ ਵਿੱਚ ਕੋਈ ਬੱਚਿਆਂ ਦੀ ਪ੍ਰੋਬਲਮ ਨਹੀਂ ਹੈ। ਹੁਣ ਵੀ ਮੇਰਾ ਖਿਆਲ ਹੈ 1500 ਤੋਂ ਵੱਧ ਐਡਮਿਸ਼ਨ ਹੋ ਚੁੱਕੀ ਹੈ। ਸਿਰਫ ਇਹ ਸੀ ਵੀ ਇੱਥੇ ਇੱਕ ਡਾਇਰੈਕਟਰ ਜਿਹੜਾ ਹੈ SP ਆਨੰਦ, ਜਿਹੜਾ ਕਿਸੇ ਕਾਲਜ ਚੋਂ ਰਿਟਾਇਰਡ ਪ੍ਰੋਫੈਸਰ ਹੈ, ਦੁੱਖ ਦੀ ਗੱਲ ਹੈ ਸਾਡੇ ਲਈ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਹੈ, ਉਹਨੇ ਆਪਣੀ 80,000 ਰੁਪਈਆ ਜਿਹੜੀ ਉਹਨੂੰ ਤਨਖਾਹ ਮਿਲਦੀ ਹੈ ਉਹਨੂੰ ਜਸਟੀਫਾਈ ਕਰਨ ਦੇ ਲਈ ਇਹਨਾਂ 3 ਪ੍ਰੋਫੈਸਰਾਂ ਨੂੰ ਕੱਢ ਦਿੱਤਾ ਤੇ ਮੈਨੇਜਮੈਂਟ ਨੂੰ ਮਿਸਗਾਈਡ ਕੀਤਾ ਕਿ ਜੀ ਸਾਡੇ ਕੋਲ ਬੱਚੇ ਘੱਟ ਗਏ, ਜਦਕਿ ਬੱਚੇ ਤਾਂ 1500 ਤੋਂ ਵੱਧ ਹੈ। ਔਰ ਜਦੋਂ ਯੂਨੀਵਰਸਿਟੀ ਨੂੰ ਇਹਦਾ ਪਤਾ ਲੱਗਿਆ, ਅਸੀਂ ਵਾਈਸ ਚਾਂਸਲਰ ਨੂੰ ਮਿਲੇ ਤਾਂ ਉਹਨਾਂ ਨੇ 10 ਤਰੀਕ ਨੂੰ ਇੱਥੇ ਆਪਣੀ ਇੱਕ 3 ਮੈਂਬਰੀ ਟੀਮ ਭੇਜੀ ਔਰ ਜਿਹੜੀ ਟੀਮ ਜਦੋਂ ਆਈ ਤਾਂ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਮੈਨੇਜਮੈਂਟ ਨੇ ਕਿਹਾ ਜੀ ਸਾਨੂੰ 3 ਦਿਨ ਦਾ ਸਮਾਂ ਦਿੱਤਾ ਜਾਵੇ। ਯੂਨੀਵਰਸਿਟੀ ਨੇ 14 ਤਰੀਕ ਨੂੰ ਆਉਣਾ ਸੀਗਾ, 14 ਤਰੀਕ ਨੂੰ ਮੁੜ ਤੋਂ ਕਿਹਾ ਗਿਆ ਕਿ ਸਾਡੇ ਪ੍ਰਧਾਨ ਜੀ ਜਿਹੜੇ ਆ ਉਹ ਬਿਮਾਰ ਹੋ ਗਏ ਆ, ਗੁੜਗਾਉਂ ਦਾ ਵਿਦਾਂਤਾ ਹਸਪੀਟਲ ਆ ਉੱਥੇ ਐਡਮਿਟ ਨੇ, ਸਾਨੂੰ 3 ਦਿਨ ਹੋਰ ਦਿੱਤੇ ਜਾਣ। 17 ਤਰੀਕ ਦਾ ਸਮਾਂ ਦਿੱਤਾ ਗਿਆ, ਅੱਜ 17 ਤਰੀਕ ਹੈ, 2-2:30 ਵਜੇ ਦੇ ਦਰਮਿਆਨ ਯੂਨੀਵਰਸਿਟੀ ਦੀ 3 ਮੈਂਬਰੀ ਟੀਮ ਆ ਰਹੀ ਹੈ। ਦੇਖਦੇ ਹਾਂ ਕੀ ਅੰਦਰ ਹੁੰਦਾ। ਜੇ ਤਾਂ ਇਹਨਾਂ ਨੂੰ ਗੁੱਡ ਸੈਂਸ ਪ੍ਰੀਵੇਲ ਕਰ ਗਈ, ਚੰਗੀ ਸੋਚ ਇਹਨਾਂ ਦੇ ਮਨ 'ਚ ਆ ਗਈ ਕਿ ਅਸੀਂ ਗਲਤ ਕੀਤਾ ਔਰ ਉਹਨਾਂ ਨੇ ਦੇਖ ਲਿਆ ਵੀ ਸਾਰਾ ਫਿਰੋਜ਼ਪੁਰ ਆਲੇ ਦੁਆਲੇ ਦਾ ਇਲਾਕਾ ਕਿਸ ਤਰ੍ਹਾਂ ਨਾਅਰੇ ਲਾ ਰਿਹਾ ਮੁਰਦਾਬਾਦ ਦੇ ਇਸ ਕਾਲਜ ਦੀ ਮੈਨੇਜਮੈਂਟ ਦੇ, ਤਾਂ ਜੇ ਤਾਂ ਇਹ ਗੁੱਡ ਸੈਂਸ ਪ੍ਰੀਵੇਲ ਕਰ ਗਈ ਤਾਂ ਇਹਨਾਂ ਨੂੰ ਅੱਜ ਜੁਆਇਨ ਕਰਾ ਲਿਆ ਜਾਏਗਾ ਤੇ ਜੇ ਨਾ ਕੀਤੀ ਤਾਂ ਫਿਰ ਸਾਡੀ ਜਥੇਬੰਦੀ, ਸਾਰੀ ਜਥੇਬੰਦੀਆਂ ਦੇ ਨਾਲ ਇਹ ਮਿਲ ਕੇ ਫੈਸਲਾ ਲਿਆ ਗਿਆ ਕਿ ਕੱਲ੍ਹ ਤੋਂ ਜਿਹੜਾ ਸੰਘਰਸ਼ ਆ ਉਹ ਤਿੱਖਾ ਕੀਤਾ ਜਾਵੇਗਾ। ਪੂਰੇ ਫਿਰੋਜ਼ਪੁਰ ਦੇ ਵਿੱਚ ਜਲਸੇ ਜਲੂਸ ਕੱਢੇ ਜਾਣਗੇ ਔਰ ਜਿਹੜੇ ਪ੍ਰਧਾਨ ਜੀ ਔਰ ਸਕੱਤਰ ਸਾਹਿਬ ਲੁਧਿਆਣੇ 'ਚ ਰਹਿੰਦੇ ਨੇ, ਇਹ ਬੜੀ ਵੱਡੀ ਇੰਡਸਟਰੀਅਲਿਸਟ ਫੈਮਿਲੀ ਹੈ, ਸਾਵਲਕਾ ਫੈਮਿਲੀ, ਉਹਨਾਂ ਦੇ ਘਰ ਦੇ ਬਾਹਰ ਵੀ ਅਸੀਂ ਫਿਰ ਇੱਕ ਅੱਧੇ ਦਿਨ ਤੋਂ ਉੱਥੇ ਵੀ ਧਰਨਾ ਲੁਧਿਆਣੇ 'ਚ ਵੀ ਨਾਲ ਇੱਥੇ ਵੀ ਚੱਲੇਗਾ ਤੇ ਲੁਧਿਆਣੇ 'ਚ ਵੀ ਧਰਨਾ ਸ਼ੁਰੂ ਹੋਵੇਗਾ ਜੀ। ਇੱਕ ਮਤਲਬ ਕੱਢੇ ਸਿਰਫ ਇਸੇ ਕਰਕੇ, ਮਤਲਬ ਵੀ ਉਹਨਾਂ ਨੇ ਇਹ ਬਹਾਨਾ ਲਾਇਆ ਕਿ ਕੋਈ ਹੋਰ ਕਾਰਨ ਵੀ ਲੱਗਦਾ ਤੁਹਾਨੂੰ ਵੀ? ਨਹੀਂ, ਹੋਰ ਕਾਰਨ ਤਾਂ ਜੀ ਕੀ ਹੈ, ਸਿਰਫ ਇਹ ਹੈ ਕਿ ਉਹ ਕਹਿੰਦੇ ਨੇ ਵੀ ਜਿਹੜਾ ਡਾਇਰੈਕਟਰ ਸਾਹਿਬ ਹੈ, ਸਾਡੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ, ਅਸੀਂ 6 ਜਥੇਬੰਦੀਆਂ ਦੇ ਲੋਕ ਉਹਨਾਂ ਨੂੰ ਮਿਲ ਕੇ ਆਏ ਹਾਂ। ਡਾਇਰੈਕਟਰ ਸਾਹਿਬ ਨੂੰ ਕਿਹਾ ਕਿ ਕੀ ਤੁਸੀਂ ਸਰਕਾਰ ਕੋਲੋਂ ਪਰਮਿਸ਼ਨ ਲਈ ਹੈ? ਸਾਡਾ ਇੱਕ ਵਿਧਾਨ ਸਭਾ 'ਚੋਂ ਐਕਟ ਪਾਸ ਹੋਇਆ ਉਹਨੂੰ ਕਹਿੰਦੇ ਆ ਪੰਜਾਬ ਐਫੀਲੀਏਟਡ ਕਾਲਜਸ ਸਿਕਿਉਰਿਟੀ ਆਫ ਸਰਵਿਸ ਐਕਟ 1974, ਉਹਦੇ ਵਿੱਚ ਸੈਕਸ਼ਨ 7 ਹੈ ਕਿ ਜੇ ਤੁਸੀਂ ਕਿਸੇ ਟੀਚਰ ਨੂੰ ਕੱਢਣਾ, ਇਹ ਵਿਧਾਨ ਸਭਾ 'ਚ ਪਾਸ ਹੋਇਆ ਟੀਚਰ ਨੂੰ ਕੱਢਣਾ ਤਾਂ ਸਰਕਾਰ ਦਾ ਜਿਹੜਾ ਮਹਿਕਮਾ DHE ਡਾਇਰੈਕਟਰ ਹਾਇਰ ਐਜੂਕੇਸ਼ਨ ਮੋਹਾਲੀ, ਤੁਸੀਂ ਉਹਦੇ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਮੈਂ ਕਿਹਾ ਡਾਇਰੈਕਟਰ ਸਾਹਿਬ ਤੁਸੀਂ ਪਰਮਿਸ਼ਨ ਲਈ ਹੈ? ਕਹਿੰਦੇ ਉਹ ਤਾਂ ਲਈ ਨਹੀਂ। ਅਸੀਂ ਕਿਹਾ ਜੀ ਯੂਨੀਵਰਸਿਟੀ ਜਿੱਥੋਂ ਤੁਸੀਂ ਐਫੀਲੀਏਸ਼ਨ ਲਈ ਹੈ, ਜਿਹਦੇ ਨਾਮ ਤੇ ਤੁਸੀਂ 100 ਸਾਲ ਤੋਂ ਡਿਗਰੀਆਂ ਵੰਡਦੇ ਫਿਰਦੇ ਹੋ, ਕੀ ਤੁਸੀਂ ਪਰਮਿਸ਼ਨ ਲਈ ਯੂਨੀਵਰਸਿਟੀ ਤੋਂ? ਕਹਿੰਦੇ ਜੀ ਉਹ ਵੀ ਨਹੀਂ ਲਈ ਹੈ। ਅਸੀਂ ਕਿਹਾ ਨਾ ਤੁਸੀਂ ਸਰਕਾਰ ਨੂੰ ਮੰਨਦੇ ਹੋ, ਨਾ ਤੁਸੀਂ ਯੂਨੀਵਰਸਿਟੀ ਨੂੰ ਮੰਨਦੇ ਕਿਹਨੂੰ? ਗੁੰਡਾ ਰਾਜ ਪੈਦਾ ਕੀਤਾ ਉਸ SP ਆਨੰਦ ਨੇ, ਸਿੱਧੀ ਜੀ ਗੱਲ ਕਹੀ ਹੈ। ਅਸੀਂ ਉਸ ਬੰਦੇ ਨੂੰ ਕੱਢਣ ਦੀ ਲੋੜ ਸੀਗੀ। ਅਸੀਂ ਤਾਂ ਸਾਵਲਕਾ ਸਾਹਿਬ ਨੂੰ, ਜਿਨ੍ਹਾਂ ਦੇ ਪੁਰਖਿਆਂ ਨੇ ਕਾਲਜ ਖੋਲ੍ਹਿਆ ਸੀਗਾ ਐਜੂਕੇਸ਼ਨ ਸਪਰੈਡ ਕਰਨ ਦੇ ਲਈ, ਅਸੀਂ ਤਾਂ ਉਹਨਾਂ ਨੂੰ ਇਹ ਗੁਹਾਰ ਲਾ ਰਹੇ ਹਾਂ ਕਿ ਇਸ SP ਆਨੰਦ ਨੂੰ ਬਾਹਰ ਕੱਢੋ। ਇਹ ਗੁੰਡਾ ਰਾਜ ਖਤਮ ਕਰਕੇ ਜਿਹੜੇ ਪ੍ਰੋਫੈਸਰ ਦਿਨ ਰਾਤ ਮਿਹਨਤਾਂ ਕਰ ਰਹੇ ਨੇ, ਪਤਾ ਨਹੀਂ ਕਿੰਨੇ ਇਹਨਾਂ ਨੇ ਹਜ਼ਾਰਾਂ ਵਿਦਿਆਰਥੀ ਪੜ੍ਹਾ ਕੇ ਕਿਹੜੇ ਮੁਕਾਮ ਤੇ ਪਹੁੰਚਾਏ ਨੇ, ਉਹਨਾਂ ਨੂੰ ਤੁਸੀਂ ਕੱਢ ਕੇ ਬਾਹਰ ਮਾਰਿਆ।
ਸੋ ਇਸ ਕਰਕੇ ਇਹ ਸਾਰਾ ਮਸਲਾ ਜਿਹੜਾ ਅਸੀਂ ਫਿਰੋਜ਼ਪੁਰ ਦੇ ਲੋਕਾਂ ਔਰ ਪੰਜਾਬ ਦੀ ਜਨਤਾ ਦੇ ਧਿਆਨ ਦੇ ਵਿੱਚ ਲਿਆ ਰਹੇ। ਇੱਕ ਗੱਲ ਬੜੀ ਜ਼ਰੂਰ ਹੈ ਇੱਥੇ ਕਹਿਣਾ ਚਾਹੁੰਦੇ ਆ, ਪੰਜਾਬ ਸਰਕਾਰ ਜਿਹੜੀ ਸਰਕਾਰ ਬਦਲਾਓ ਦੇ ਨਾਂ ਤੇ ਆਈ ਸੀ, ਜਿਹੜੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਮਸਲੇ ਤੇ 92 ਸੀਟਾਂ ਲੈ ਕੇ ਗਈ ਹੈ, ਉਹ ਕਿੱਥੇ ਹੈ ਸਰਕਾਰ? ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਨੇ, ਮੁੱਖ ਮੰਤਰੀ ਸਾਹਿਬ, ਕਿ ਜੀ ਅਸੀਂ ਨੌਕਰੀਆਂ ਦੇ ਰਹੇ ਹਾਂ, ਤੇ ਇੱਧਰ ਵੀ ਦੇਖ ਲਓ ਵੀ ਨੌਕਰੀਆਂ ਤੋਂ ਕੱਢੇ ਵੀ ਜਾ ਰਹੇ ਆ। ਇਹ ਤਾਂ ਰੈਗੂਲਰ ਬੰਦੇ ਆ, ਪਰਮਾਨੈਂਟ ਬੰਦੇ ਆ, ਤੁਸੀਂ ਤਾਂ ਉਹ ਵੀ ਨਹੀਂ ਕਰ ਰਹੇ। ਇੱਥੇ ਤਾਂ ਪਰਮਾਨੈਂਟ ਬੰਦੇ ਮੈਨੇਜਮੈਂਟਾਂ ਕੱਢ ਰਹੇ ਨੇ। ਤੇ ਮੈਸੇਜ ਇਹ ਜਾ ਰਿਹਾ ਪੰਜਾਬ 'ਚ ਕਿ ਕੀ ਸਰਕਾਰਾਂ ਦੀ ਵੀ ਇਹਨਾਂ ਮੈਨੇਜਮੈਂਟਾਂ ਦੇ ਸਾਹਮਣੇ ਚੱਲਦੀ ਨਹੀਂ ਹੈ? ਕੋਈ ਸਾਂਠ ਗਾਂਠ ਹੈ ਇਹਨਾਂ ਦੀ? ਹਰਜੋਤ ਸਿੰਘ ਬੈਂਸ ਜਿਹੜੇ ਕਿ ਸਾਡੇ ਸਿੱਖਿਆ ਮੰਤਰੀ ਨੇ, ਕਿੱਥੇ ਨੇ ਉਹ ਇਸ ਟਾਈਮ? ਸਕੂਲਾਂ 'ਚ ਫਿਰਦੇ ਨੇ, ਕਦੀ ਕਹਿੰਦੇ ਆ ਜੀ ਅਸੀਂ ਉਹ ਚੰਦਰ ਗ੍ਰਹਿਣ ਹੋ ਰਿਹਾ ਉੱਥੇ ਜਾ ਰਹੇ ਹਾਂ, ਕਦੀ ਕਹਿੰਦੇ ਆ ਜੀ ਅਸੀਂ ਐਮੀਨੈਂਸ ਸਕੂਲ ਖੋਲ੍ਹ ਰਹੇ ਹਾਂ। ਅੱਛੀ ਗੱਲ ਹੈ, ਮੁਬਾਰਕਬਾਦ ਦਿੰਦੇ ਹਾਂ ਅਸੀਂ, ਪਰ ਕੀ ਹਾਇਰ ਐਜੂਕੇਸ਼ਨ ਦਾ ਬੇੜਾ ਗਰਕ ਕਰਨ ਤੇ ਆਏ ਹੋਏ ਨੇ ਬੈਂਸ ਸਾਹਿਬ? ਬੈਂਸ ਸਾਹਿਬ ਨਾਲ 2 ਮੁਲਾਕਾਤਾਂ ਹੋਈਆਂ ਨੇ। ਬੈਂਸ ਸਾਹਿਬ ਨੂੰ ਮੈਂ ਖੁਦ ਰਿਪੋਰਟ ਦੇ ਕੇ ਆਇਆ ਕਿ ਬੈਂਸ ਸਾਹਿਬ ਇਹ 90 ਪੇਜ ਦੀ ਰਿਪੋਰਟ ਹੈ, ਪੰਜਾਬ ਦੇ ਕਾਲਜਾਂ 'ਚ ਮੈਨੇਜਮੈਂਟਾਂ ਦਾ ਗੁੰਡਾ ਰਾਜ ਹੈ, ਇਹਨਾਂ ਮੈਨੇਜਮੈਂਟਾਂ ਨੂੰ ਭੰਗ ਕਰੋ। ਵਿਧਾਨ ਸਭਾ 'ਚ ਜਿਹੜਾ ਐਕਟ ਪਾਸ ਹੋਇਆ ਉਹਦੇ ਵਿੱਚ 7C ਕਲੌਜ਼ ਹੈ ਕਿ ਜੇ ਮੈਨੇਜਮੈਂਟਾਂ ਸਹੀ ਢੰਗ ਨਾਲ ਕਾਲਜ ਨਹੀਂ ਚਲਾਉਂਦੀਆਂ ਤੇ ਇਹਨਾਂ ਮੈਨੇਜਮੈਂਟਾਂ ਨੂੰ ਭੰਗ ਕਰਕੇ ਡਿਪਟੀ ਕਮਿਸ਼ਨਰ ਜਾਂ SDM ਨੂੰ ਇਸ ਕਾਲਜ ਦਾ ਇੰਚਾਰਜ ਬਣਾ ਦਿਓ। ਕਿਉਂ ਨਹੀਂ ਬਣਾਇਆ ਜਾ ਰਿਹਾ? ਸਵਾਲ ਸਾਰਾ ਪੰਜਾਬ ਦੇ ਵਿੱਚ ਹੈ, ਇਹ ਇਕੱਲਾ ਫਿਰੋਜ਼ਪੁਰ ਨਹੀਂ ਹੈ ਜੀ। ਲੁਧਿਆਣੇ ਦੇ ਵਿੱਚ ਟੀਚਰ ਕੱਢੇ ਹੋਏ ਨੇ, ਸਮਰਾਲੇ ਦੇ ਵਿੱਚ ਟੀਚਰ ਕੱਢੇ ਹੋਏ ਨੇ, ਮੁਕਤਸਰ ਦੇ ਵਿੱਚ ਕੱਢੇ ਹੋਏ ਨੇ ਟੀਚਰਸ, ਮਾਲਪੁਰ ਦੇ ਵਿੱਚ ਟੀਚਰ ਕੱਢੇ ਹੋਏ ਨੇ, ਮਕੇਰੀਆਂ ਦੇ ਵਿੱਚ ਟੀਚਰ ਕੱਢੇ ਹੋਏ ਨੇ। ਕਿੱਥੇ ਕਿੱਥੇ ਦਾ ਨਾਂ ਲਈਏ ਜਿੱਥੇ ਟੀਚਰ ਨਹੀਂ ਕੱਢੇ? ਸਰਕਾਰ ਸੁੱਤੀ ਪਈ ਹੈ, ਐਦਾਂ ਨਹੀਂ ਕੰਮ ਚੱਲਣਾ। ਕੋਈ ਆਇਆ ਨਹੀਂ ਸਰਕਾਰ ਦਾ MLA ਜਾਂ ਨੁਮਾਇੰਦਾ ਤੁਹਾਡੀ ਗੱਲ ਸੁਣ? ਤੁਹਾਡੀ ਗੱਲ MLA ਸਾਹਿਬ ਮੈਨੂੰ ਪਤਾ ਲੱਗਿਆ ਇੱਕ ਦਿਨ ਆਏ ਸੀਗੇ, ਤਾਂ ਉਹ ਕਹਿੰਦੇ ਜੀ ਦੱਸੋ, ਮੈਂ ਗੱਲ ਕਰਦਾ ਪਿਆ, ਦੇਖਦੇ ਆ ਕਿੱਦਾਂ, ਤੇ ਮੈਂ ਦੇਖਦਾ ਮੇਰੀਆਂ ਵੀ ਕੁਝ ਮਜਬੂਰੀਆਂ ਨੇ। ਇਹ ਜੋ ਇੱਥੇ ਭੁੱਲਰ ਸਾਹਿਬ MLA ਨੇ, ਇਹ ਉਹਨਾਂ ਨੇ ਕਿਹਾ ਕਿ ਮੇਰੀਆਂ ਵੀ ਕੁਝ ਮਜਬੂਰੀਆਂ ਨੇ। ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਜੀ ਕਿਹੜੀਆਂ ਮਜਬੂਰੀਆਂ। ਇਹ ਤਾਂ ਜਦੋਂ ਹੁਣ ਚੋਣਾਂ ਆ ਜਾਣਗੀਆਂ ਕੋਈ, ਫਿਰ ਲੋਕ ਦੱਸਣਗੇ ਵੀ ਤੁਹਾਡੀਆਂ ਮਜਬੂਰੀਆਂ ਦਾ ਅਸੀਂ ਜਵਾਬ ਕੀ ਦਿੰਨੇ ਆ। ਸੋ ਇਹ ਮਤਲਬ ਜਿਹੜੀ 92 ਸੀਟਾਂ ਲੈ ਕੇ ਸਰਕਾਰ ਐਡਾ ਵੱਡਾ ਮੈਂਡੇਟ ਪੰਜਾਬ ਦੀ ਜਨਤਾ ਨੇ ਦਿੱਤਾ ਸੀਗਾ, ਉਹ ਮੈਨੂੰ ਲੱਗਦਾ ਵੀ ਉਹ ਮਿੱਟੀ 'ਚ ਰੋਲ ਦੇਣਗੇ। ਔਰ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ, ਦੱਸ ਦੇਣਗੇ ਫਿਰ ਲੋਕ ਵੀ ਅਸੀਂ ਕੀ ਕਰਾਂਗੇ ਤੁਹਾਡਾ ਹਸ਼ਰ, ਜੇ ਤੁਸੀਂ ਇਦਾਂ ਹੀ ਸੜਕਾਂ ਤੇ ਮਜ਼ਦੂਰ ਰੋਲ ਦੇਣੇ ਆ, ਕਿਸਾਨ ਰੋਲ ਦੇਣੇ ਆ, ਤੇ ਵੱਡੀ ਗੱਲ ਆ ਅਧਿਆਪਕ ਰੋਲ ਦੇਣੇ ਆ ਜਿਨੇ ਕੀ ਅੱਗੇ ਮੁਲਕ ਸਿਰਜਣੇ ਆ। ਤੁਸੀਂ ਉਹਨਾਂ ਨੂੰ ਵੀ ਰੋਲਣ ਤੇ ਕਸਰ ਘੱਟ ਨਹੀਂ ਕਰ ਰਹੀ ਪੰਜਾਬ ਸਰਕਾਰ। ਇੱਕ ਗੱਲ ਦੱਸਿਓ, ਇਹ ਕਾਲਜ ਦੇ ਵਿੱਚ ਜਿਵੇਂ ਤੁਸੀਂ ਕਿਹਾ ਮੈਨੇਜਮੈਂਟ ਆ, ਸਰਕਾਰ ਇਹ ਵੀ ਕਿਤੇ ਇਹ ਬਹਾਨਾ ਲੱਗਦਾ ਨਿਕਲ ਸਕਦੀ ਵੀ ਅਸੀਂ ਇਹ 'ਚ ਕੀ ਕਰ ਸਕਦੇ, ਜਿਵੇਂ ਤੁਸੀਂ ਕਿਹਾ ਭੰਗ ਕਰ ਸਕਦੇ ਆ, ਪਰ ਕਈ ਵਾਰ ਸਰਕਾਰ ਕੋਲ ਇੱਕ ਬਹਾਨਾ ਹੁੰਦਾ ਕਿ ਜੀ ਇਹ ਤਾਂ ਹੁਣ ਉਹ ਦੇਖਣ ਅਸੀਂ ਇਹਦੇ 'ਚ ਕਿਵੇਂ ਕਰ ਸਕਦੇ, ਅਸੀਂ ਐਂਟਰੀ ਕੀ ਸਰਕਾਰ ਕਰ ਸਕਦੀ? ਨਹੀਂ ਜੀ, ਉਹ ਤਾਂ ਫਿਰ ਇਸ ਤਰ੍ਹਾਂ ਫਿਰ ਅਸੀਂ ਵੀ ਦੇਖਾਂਗੇ ਸਰਕਾਰਾਂ ਦਾ ਵੀ ਕੀ ਕਰਨਾ। ਸਰਕਾਰ ਕਿਵੇਂ ਕਹਿ ਸਕਦੀ? ਵਿਧਾਨ ਸਭਾ 'ਚ ਐਕਟ ਬਣਿਆ ਹੋਇਆ, ਵਿਧਾਨ ਸਭਾ ਦਾ ਐਕਟ ਹੈ 1974 ਦਾ। ਅੱਜ 26 ਤੇ 23 49 ਸਾਲ ਹੋ ਗਏ ਉਸ ਐਕਟ ਨੂੰ ਬਣੇ ਹੋਏ, ਠੀਕ ਹੈ ਨਾ। ਇਹ ਤਾਂ ਅਸੀਂ ਕੋਰਟ 'ਚ ਵੀ ਲੈ ਜਾਾਂਗੇ, ਪਰ ਅਸੀਂ ਆਪਣੇ ਕਿਸਾਨ ਭਰਾਵਾਂ ਤੋਂ ਸਿੱਖਿਆ ਸਿੰਘੂ ਬਾਰਡਰ ਤੋਂ, ਕੋਰਟ ਲਾਸਟ ਰਿਜ਼ੋਰਟ ਹੈ, ਉਦੋਂ ਜਾਵਾਂਗੇ ਜਦੋਂ ਕਿਤੇ ਨਾ ਚੱਲੀ, ਠੀਕ ਹੈ ਨਾ। ਹਜੇ ਤਾਂ ਅਸੀਂ ਪਹਿਲਾਂ ਇੱਥੇ ਧਰਨੇ ਤੇ ਬੈਠੇ ਹਾਂ, ਦਿਨ ਰਾਤ ਮਰਾਂਗੇ ਇੱਥੇ। ਅਸੀਂ ਕਿਸਾਨਾਂ ਤੋਂ ਸਿੱਖਿਆ ਵੀ ਸੈਕਰੀਫਾਈਸ ਕਰਨਾ ਪਏਗਾ। 750 ਕਿਸਾਨ ਉੱਥੇ ਚਲਾ ਗਿਆ, ਸ਼ਹੀਦ ਹੋਇਆ, ਤੇ ਜੇ ਇੱਥੇ ਅਸੀਂ 10 15 20 ਪ੍ਰੋਫੈਸਰ ਸ਼ਹੀਦ ਹੋ ਜਾਵਾਂਗੇ ਤੇ ਕੀ ਹੋ ਜਾਊਗਾ? ਸਾਡੇ ਵਿਦਿਆਰਥੀ ਸਾਡੇ ਵੱਲ ਦੇਖ ਰਹੇ ਆ, ਅਸੀਂ ਉਹਨਾਂ ਨੂੰ ਕਲਾਸਾਂ 'ਚ ਐਜੂਕੇਟ ਕਰੀਦਾ ਵੀ ਭਾਈ ਲੜਨਾ ਸਿੱਖੋ। ਕਿੱਦਾਂ ਸਿਖਾਵਾਂਗੇ ਅਸੀਂ ਜੇ ਅਸੀਂ ਆਪਣੇ ਹੱਕਾਂ ਲਈ ਨਹੀਂ ਲੜ ਪਾਵਾਂਗੇ? ਪ੍ਰੋਫੈਸਰ ਸੜਕਾਂ ਤੇ ਆ ਕੇ, ਤੇ ਵਿਦਿਆਰਥੀ ਸਾਡੇ ਕੋਲ ਕੀ ਸਿੱਖੇਗਾ? ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਪਤਾ ਨਹੀਂ ਕਿੱਥੋਂ ਵਿਦਿਆਰਥੀ ਸਾਡੇ ਕੋਲ ਪੜ੍ਹਨ ਆਉਂਦੇ ਨੇ। ਕੀ ਅਸੀਂ ਸੇਧ ਦੇਵਾਂਗੇ ਉਹਨਾਂ ਵਿਦਿਆਰਥੀਆਂ ਨੂੰ? ਲੇਕਿਨ ਅੱਜ ਫਿਰੋਜ਼ਪੁਰ ਦੇ ਵਿਦਿਆਰਥੀ ਮਾਣ ਕਰ ਰਹੇ ਨੇ। ਆ ਦੇਖੋ ਤੁਸੀਂ ਜਥੇਬੰਦੀਆਂ ਉੱਧਰ ਕਿੱਦਾਂ ਵਿਦਿਆਰਥੀ ਬੈਠੇ ਨੇ, ਉਹ ਕਹਿੰਦੇ ਪ੍ਰੋਫੈਸਰ ਸਾਹਿਬ ਕਮਾਲ ਕਰਤੀ ਹੈ, ਸਾਡੇ ਪ੍ਰੋਫੈਸਰਾਂ ਨੇ ਸਾਨੂੰ ਦੱਸਤਾ ਕਿ ਜੇ ਉਹ ਕਲਾਸਾਂ 'ਚ ਪੜ੍ਹਾ ਸਕਦੇ ਆ ਨਾ, ਜੇ ਉਹ ਸਟਾਫ ਰੂਮ 'ਚ ਸੋਫਿਆਂ ਤੇ ਬਹਿ ਸਕਦੇ ਨੇ, ਤੇ ਆਪਣੇ ਹੱਕਾਂ ਲਈ ਉਹ ਦਰੀਆਂ ਤੇ ਦਿਨ ਰਾਤ ਸੜਕਾਂ ਤੇ ਰੁਲ ਵੀ ਸਕਦੇ ਆ। ਮਤਲਬ ਤੁਸੀਂ ਕਿਹਾ ਕਿ ਸਭ ਤੋਂ ਪੜ੍ਹੀ ਲਿਖੀ ਕਲਾਸ ਪ੍ਰੋਫੈਸਰ, ਸਭ ਤੋਂ ਪੜ੍ਹਾਈ ਦੇ ਵਿੱਚ ਵੀ ਜੇ ਅਸੀਂ ਕਹੀਏ ਸਭ ਤੋਂ ਉੱਚਾ ਜਿਹੜਾ ਰੁਤਬਾ ਆ ਜਾਂਦਾ, ਤੇ ਉਹ ਮਤਲਬ ਸੜਕਾਂ ਤੇ ਬੈਠਿਆ, ਤੇ ਫਿਰ ਇਹ ਦੇਸ਼ ਦਾ ਮਤਲਬ ਕਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ, ਕਿਹੜੇ ਪਾਸੇ ਨੂੰ ਦੇਸ਼ ਜਾ ਰਿਹਾ? ਇਹ ਤਾਂ ਬਿਲਕੁਲ ਸੋਚਣ ਵਾਲੀ ਗੱਲ ਹੈ ਜੀ। ਇਹ ਤਾਂ ਬੁੱਧੀਜੀਵੀ ਵਰਗ ਨੂੰ ਸੋਚਣ ਦੀ ਲੋੜ ਹੈ, ਇਹ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ, ਇਹ ਤਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਨੂੰ ਸੋਚਣ ਦੀ ਲੋੜ ਹੈ। ਸ਼ਰਮ ਹੈ ਮੈਨੂੰ, ਮੈਂ ਕਹਿਣਾ ਚਾਹੂੰਗਾ ਇਹ 3 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਜੇ ਤਿੰਨੋਂ ਯੂਨੀਵਰਸਿਟੀਆਂ ਦੇ ਕਾਲਜਾਂ 'ਚ ਟੀਚਰ ਕੱਢੇ ਜਾ ਰਹੇ ਆ, ਤੇ ਇਹਨਾਂ ਨੂੰ ਡਿਸਐਫੀਲੀਏਟ ਕਿਉਂ ਨਹੀਂ ਕਰਦੀਆਂ ਪਈਆਂ ਯੂਨੀਵਰਸਿਟੀਜ਼? ਸਾਡੀ ਇਹ ਵੀ ਮੰਗ ਹੈ, ਯੂਨੀਵਰਸਿਟੀ ਇਹਨਾਂ ਨੂੰ ਡਿਸਐਫੀਲੀਏਟ ਕਰਦੇ ਇਹੋ ਜਿਹੇ ਕਾਲਜਾਂ ਨੂੰ। ਇਹ ਕਾਲਜ ਨਹੀਂ ਕਹਿੰਦੇ ਸਾਡੇ ਕੋਲ ਚੱਲਦੇ ਤੇ ਛੱਡਣ, ਫਿਰ ਦੌੜ ਜਾਣ ਇੱਥੋਂ ਮੈਨੇਜਮੈਂਟਾਂ। ਬਹੁਤ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਬੈਠੀਆਂ ਨੇ ਪੰਜਾਬ 'ਚ ਜਿਹੜੀਆਂ ਇਹਨਾਂ ਕਾਲਜਾਂ ਨੂੰ ਪ੍ਰੋਪਰਲੀ ਚਲਾ ਸਕਦੀਆਂ ਨੇ, ਸੋ ਉਹਨਾਂ ਨੂੰ ਦੇ ਦਿਓ ਤੁਸੀਂ ਇਹ। ਸੋ ਇਸ ਕਰਕੇ ਯੂਨੀਵਰਸਿਟੀਜ਼ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਇਹ ਐਕਚੁਅਲੀ ਗੱਲ ਹੈ ਜੀ, ਇੱਕ ਵੱਡਾ ਨੈਕਸਸ ਬਣ ਚੁੱਕਾ। ਇਹਦੇ ਵਿੱਚ ਸਰਕਾਰਾਂ ਵੀ ਇਨਵੋਲਵਡ ਰਹੀਆਂ ਨੇ, ਇਹਦੇ ਵਿੱਚ ਯੂਨੀਵਰਸਿਟੀਆਂ ਵੀ ਇਨਵੋਲਵਡ ਰਹੀਆਂ ਨੇ, ਤੇ ਤੀਜਾ ਧਿਰ ਜਿਹੜੀ ਹੈਗੀ ਉਹ ਮੈਨੇਜਮੈਂਟ ਹੈਗੀ। ਇਹ ਨੈਕਸਸ ਹੈ ਵੱਡਾ, ਇਹ ਹੁਣ ਇੱਕ ਇੰਡਸਟਰੀ ਬਣ ਚੁੱਕੀ ਹੈ ਐਜੂਕੇਸ਼ਨ। ਇਹ ਵੱਡਾ ਪੈਸਾ ਇਹਨਾਂ ਨੂੰ ਨਜ਼ਰ ਆ ਰਿਹਾ। ਮੈਂ ਉਦੋਂ ਵੀ ਕਿਹਾ ਇਹ ਕਾਲਜ ਕਹਿ ਦੇਵੇ ਕਿ ਮੇਰੇ ਕੋਲ ਕਰੋੜਾਂ ਰੁਪਈਆਂ ਦੀਆਂ FDਆਂ ਨਹੀਂ ਹੈਗੀਆਂ,
ਇਹ ਕਹਿ ਦੇਣ ਇੱਕ ਵਾਰੀ ਵੀ ਸਾਡੇ ਕੋਲ ਨਹੀਂ ਹੈਗੀਆਂ ਐਫਡੀਆਂ, ਇਹ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ। ਮੈਂ ਕਿਹਾ ਜੀ ਉਸੇ ਦਿਨ ਦਰੀ ਚੱਕ ਕੇ ਚਲੇ ਜਾਵਾਂਗੇ ਜੇ ਤੁਹਾਡੇ ਕੋਲ ਕਰੋੜਾਂ ਰੁਪਏ ਦੀਆਂ ਐਫਡੀਆਂ ਅਸੀਂ ਨਾ ਕੱਢ ਦਿੱਤੀਆਂ। ਸੋ ਇਹ ਪੰਜਾਬ ਦੇ ਹਰ ਕਾਲਜਾਂ ਦੇ ਵਿੱਚ ਐਵੇਂ ਇਹ ਇੱਕ ਬਹਾਨਾ ਹੈ ਕਿ ਜੀ ਸਾਡੇ ਕੋਲ ਸਟਰੈਂਥ ਘਟ ਗਈ ਹੈ, ਕੋਵਿਡ ਦੇ ਦਿਨਾਂ 'ਚ ਬੱਚੇ ਘਟ ਗਏ ਆ। ਮੈਂ ਮੰਨਦਾ, ਅਸੀਂ ਵੀ ਮੰਨਦੇ ਹਾਂ ਕਿ ਇਹ ਜਿਹੜੇ ਕਾਲਜ ਨੇ ਇਹ ਵਿਦਿਆਰਥੀ, ਅਧਿਆਪਕ, ਮੈਨੇਜਮੈਂਟ ਆ, ਪ੍ਰਿੰਸੀਪਲ ਇਕੱਠੇ ਹੋ ਕੇ ਅਸੀਂ ਚਲਾਣੇ। ਸਾਨੂੰ ਵੀ ਪਤਾ ਕਿ ਬੱਚੇ ਘਟੇ ਨੇ, ਪਰ ਇਹ ਕਿਉਂ ਭੁੱਲਦੇ ਨੇ ਵੀ ਪਿਛਲੇ 20 ਸਾਲਾਂ 'ਚ ਇੰਨੀ ਤਾਦਾਦ 'ਚ ਬੱਚੇ ਪੜ੍ਹਦੇ ਵੀ ਤਾਂ ਸੀਗੇ। ਇਹੀ ਕਾਲਜ ਹੈ ਜਿੱਥੇ 3200 3500 ਸਟਰੈਂਥ ਹੁੰਦੀ ਸੀਗੀ, ਉਹਨਾਂ ਦਿਨਾਂ 'ਚ ਤੁਸੀਂ ਪੈਸੇ ਇਕੱਠੇ ਵੀ ਕੀਤੇ ਆ। ਆਪਾਂ ਘਰਾਂ 'ਚ ਵੀ ਐਫਡੀ ਕਰਾਉਂਦੇ ਆ ਬੈਂਕ ਦੇ ਵਿੱਚ। ਕਿਉਂ ਕਰਾਉਂਦੇ ਆ? ਇਸੇ ਕਰਕੇ ਵੀ ਜਦੋਂ ਕਦੀ ਦੁੱਖ ਦਾ ਵੇਲਾ ਆਏਗਾ, ਕੋਈ ਮੁਸੀਬਤ ਆਏਗੀ ਤਾਂ ਐਫਡੀ ਤੜਾ ਕੇ ਤੇ ਆਪਾਂ ਆਪਣੇ ਬੱਚਿਆਂ ਦੀ ਰੋਟੀ ਜਿਹੜੀ ਆ ਉਹਨਾਂ ਨੂੰ ਦੇਵਾਂਗੇ। ਤੇ ਇਹ ਮੈਨੇਜਮੈਂਟਾਂ ਤਾਲੇ ਲਾ ਕੇ ਬਹਿ ਗਈਆਂ। ਇਹ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਟੱਬਰ ਦਾ ਪੈਸਾ ਹੈ, ਇਹ ਲੋਕਾਂ ਦਾ ਪੈਸਾ ਹੈ। ਇਹ ਪਬਲਿਕ ਫੰਡਡ ਇੰਸਟੀਟਿਊਸ਼ਨ ਹੈ। 95% ਗ੍ਰਾਂਟ ਸਰਕਾਰ ਦੇ ਰਹੀ ਹੈ 1978 ਤੋਂ। ਯੈਸ, ਇਹ 100 ਕਰੋੜ ਤੋਂ ਉੱਪਰ ਰੁਪਈਆ ਲੈ ਚੁੱਕੇ ਸਰਕਾਰ ਤੋਂ। ਇਹੀ ਗੱਲ ਅਸੀਂ ਬੈਂਸ ਸਾਹਿਬ ਨੂੰ ਕਹੀ ਸੀ, ਇਹੀ ਗੱਲ ਅਸੀਂ ਮੀਤ ਹੇਅਰ ਉਹਨਾਂ ਨੂੰ ਕਹੀ ਸੀਗੀ ਕਿ ਇਹ ਸਰਕਾਰਾਂ ਤੋਂ 100 200 ਕਰੋੜ ਰੁਪਈਆ ਲੈ ਚੁੱਕੇ ਨੇ। ਤੇ ਅੱਜ ਇਹ ਕਿੱਦਾਂ ਮੁਨਕਰ ਹੋ ਜਾਣਗੇ ਕਿ ਜੀ ਅਸੀਂ ਸਾਡੇ ਕੋਲ ਤਾਂ ਕਾਲਜ ਚੱਲਦੇ ਨਹੀਂ ਚੱਲਦੇ ਤਾਂ ਫਿਰ ਨਿਕਲ ਜਾਓ ਤੁਸੀਂ ਇੱਥੋਂ ਕਾਲਜਾਂ, ਸਾਨੂੰ ਲੋੜ ਨਹੀਂ ਤੁਹਾਡੇ ਵਰਗੀਆਂ ਮੈਨੇਜਮੈਂਟਾਂ ਦੀ। ਪੰਜਾਬ ਦੇ ਵਿੱਚ ਤੁਸੀਂ ਦੱਸਿਆ ਕਿੰਨੇ ਟੋਟਲ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਕੱਢੇ ਗਏ? ਪੰਜਾਬ 'ਚ ਇਸ ਟਾਈਮ ਜੀ ਮੇਰਾ ਖਿਆਲ ਹੈ 8 ਤੋਂ 10 ਕਾਲਜ ਨੇ ਜਿੱਥੇ ਇਸ ਟਾਈਮ ਲੋਕ ਸੜਕਾਂ ਤੇ ਫਿਰ ਰਹੇ ਨੇ, ਜਿੱਥੇ ਪ੍ਰੋਫੈਸਰ ਕੱਢੇ ਹੋਏ ਨੇ। ਔਰ ਅਸੀਂ, ਸਾਡੀ ਜਥੇਬੰਦੀ ਨੇ ਇਸ ਟਾਈਮ 48 ਤੋਂ ਉੱਪਰ ਬੰਦਿਆਂ ਦੇ ਕੇਸ ਪੰਜਾਬ ਐਜੂਕੇਸ਼ਨ ਟ੍ਰਿਬਿਊਨਲ 'ਚ ਲਾਏ ਹੋਏ ਨੇ। ਟ੍ਰਿਬਿਊਨਲ 'ਚ ਦੇਖਿਆ ਜਾਵੇ ਤਾਂ ਉੱਥੇ ਫੈਸਲੇ ਨਹੀਂ, 4 ਸਾਲ ਹੋ ਗਏ ਸਾਡੇ ਪ੍ਰੋਫੈਸਰ ਰੁਲਦੇ ਨੇ, ਉੱਥੇ ਜੱਜ ਹੀ ਹੈ ਨਹੀਂਗਾ। ਇਹ ਕਿਹਨੇ ਲਾਣਾ? ਪੰਜਾਬ ਸਰਕਾਰ, ਮੁੱਖ ਮੰਤਰੀ ਸਾਹਿਬ ਤੇ ਗਵਰਨਰ ਸਾਹਿਬ ਦੇ ਵਿੱਚ ਝਗੜਾ। ਰੋਜ਼ ਅਸੀਂ ਟੀਵੀ ਤੇ ਸੁਣਦੇ, ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ। ਇਹ ਝਗੜਾ ਮੁੱਕੂਗਾ ਕਿ ਨਹੀਂ ਮੁੱਕੂਗਾ? ਉੱਥੇ ਜੱਜ ਸਾਹਿਬ ਨਹੀਂ ਆਉਂਦੇ ਪਏ, ਜੱਜ ਸਾਹਿਬ ਨਹੀਂ ਆਉਂਦੇ ਤੇ ਕੋਰਟ 'ਚ ਕੇਸ ਨਹੀਂ ਸੁਣੇ ਜਾ ਰਹੇ ਆ। ਕਿੱਥੇ ਜਾਈਏ ਅਸੀਂ? ਮਤਲਬ ਜੇ ਤੁਸੀਂ ਹਾਇਰ ਐਜੂਕੇਸ਼ਨ ਨੂੰ ਰੋਲਣਾ ਤਾਂ ਮੈਨੂੰ ਲੱਗਦਾ ਇਹ ਸਰਕਾਰਾਂ ਸਾਰਾ ਇੰਤਜ਼ਾਮ ਉਹੀ ਕਰ ਰਹੀਆਂ ਨੇ ਵੀ ਇਹ ਤਰੀਕੇਬੱਧ, ਬੜੇ ਲੜੀਵਾਰ ਤਰੀਕੇ ਦੇ ਨਾਲ ਇਹਨੂੰ ਰੋਲਣ ਦਾ ਕੰਮ ਕੀਤਾ ਜਾ ਰਿਹਾ ਕਿ ਠੀਕ ਹੈ, ਨਾ ਵਿਦਿਆਰਥੀ ਵਰਗ ਪੜ੍ਹੇ, ਨਾ ਉਹ ਸਮਝਦਾਰ ਬਣੇ, ਤਾਂ ਇਹ ਆਪਣੀਆਂ ਵੋਟਾਂ ਦਾ ਚੱਕਰ ਸਾਰੀਆਂ ਪਾਰਟੀਆਂ ਬਣਾਈ ਜਾਣ। ਇਹ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਹੌਲੀ ਹੌਲੀ ਪੰਜਾਬ ਦੇ ਵਿੱਚ ਉਹ ਖਤਮ ਹੀ ਹੋਣ ਵਾਲੇ ਪਾਸੇ ਚੱਲ ਰਹੀ? ਬਿਲਕੁਲ ਠੀਕ ਗੱਲ ਹੈ ਜੀ। ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਦਾ ਬੇੜਾ ਗਰਕ ਹੋ ਚੁੱਕਾ। ਮਤਲਬ 7ਵਾਂ ਪੇ ਸਕੇਲ ਆਇਆ ਜਿਹਦੇ ਵਿੱਚ ਤਨਖਾਹਾਂ ਵਧਣੀਆਂ ਸੀਗੀਆਂ। ਪਹਿਲਾਂ ਤਾਂ ਪੁਰਾਣੀ ਸਰਕਾਰ ਨੇ ਨਹੀਂ ਦਿੱਤੀਆਂ, ਸਾਰੇ ਹਿੰਦੁਸਤਾਨ 'ਚ ਮਿਲ ਗਈਆਂ ਸੀਗੀਆਂ, ਸਾਰੇ ਹਿੰਦੁਸਤਾਨ 'ਚ, ਪੰਜਾਬ ਸੂਬੇ 'ਚ ਨਹੀਂ ਮਿਲੀ। ਹੁਣ ਆਪ ਦੀ ਸਰਕਾਰ ਆਈ, ਇਹਨਾਂ ਨੂੰ ਵੀ ਮਿੰਨਤਰਲੇ ਕਰਨੇ ਪਏ ਜਿਹੜੇ ਕਿ ਆਪਣੇ ਇਲੈਕਟੋਰਲ ਮੈਨੀਫੈਸਟੋ 'ਚ ਵਾਅਦਾ ਕਰਕੇ ਆਏ ਸੀ ਕਿ ਜੀ ਅਸੀਂ ਆਉਂਦੇ ਹੀ ਦੇਵਾਂਗੇ। ਇਹਨਾਂ ਅੱਗੇ ਵੀ ਅਸੀਂ ਮੱਥੇ ਰਗੜੇ ਆਪਣੇ ਜਾ ਕੇ, ਠੀਕ ਹੈ ਨਾ, ਧਰਨੇ ਮੁਜ਼ਾਹਰੇ ਕੀਤੇ, ਤਾਂ ਜਾ ਕੇ ਇਹਨਾਂ ਨੇ ਸਾਲ ਬਾਅਦ ਸਾਨੂੰ ਉਹ ਸਕੇਲ ਦਿੱਤਾ। ਲੇਕਿਨ ਹਜੇ ਤੱਕ ਵੀ ਤਨਖਾਹਾਂ ਨਹੀਂ ਮਿਲਣੀਆਂ ਸ਼ੁਰੂ ਹੋਈਆਂ। ਮਤਲਬ ਕੀ ਕਰੀਏ? ਸਾਨੂੰ ਤਾਂ ਲੱਗਦਾ ਸੀ ਇੱਕ ਬਦਲਾਅ ਹੈ, ਬੜਾ ਵੱਡਾ ਬਦਲਾਅ ਹੈ, ਲੇਕਿਨ ਉਹ ਜਦੋਂ ਇਦਾਂ ਦਾ ਮਾਹੌਲ ਦੇਖਦੇ ਆ ਤੇ ਹਰ ਦੂਜੇ ਦਿਨ ਲੱਗਦਾ ਵੀ ਇਹ ਤਾਂ ਬਦਲਾਅ ਘੱਟ ਹੈ ਤੇ ਡਰਾਮਾ ਜ਼ਿਆਦਾ ਸੀਗਾ। ਇਹ ਲੱਗਦਾ ਮੈਡਮ, ਕੀ ਕਮੀ ਲੱਗਦੀ ਹੈ ਤੁਹਾਨੂੰ? ਕੀ ਤੁਹਾਡੇ ਦੇ ਵਿੱਚ ਪੜ੍ਹਾਉਣ ਦੇ ਵਿੱਚ ਕਮੀ ਸੀ, ਜਾਂ ਤੁਹਾਨੂੰ ਤਿੰਨਾਂ ਜਣਿਆਂ ਨੂੰ ਕੱਢਿਆ ਗਿਆ, ਜਾਂ ਕੋਈ ਹੋਰ ਗੱਲ ਲੱਗਦੀ? ਸਰ, ਜਿੱਥੇ ਤੱਕ ਤੁਸੀਂ ਪੜਾਉਣ ਦੀ ਕਮੀ ਦੀ ਗੱਲ ਕਰਦੇ ਹੋ, ਸਟੂਡੈਂਟ ਦਾ ਜਿਹੜਾ ਰਸ਼ ਹੈ ਉਹ ਤੁਹਾਨੂੰ ਦੱਸ ਰਿਹਾ ਹੋਣਾ ਕਿ ਸਾਡੇ ਪੜਾਉਣ ਵਿੱਚ ਕੋਈ ਕਮੀ ਨਹੀਂ ਸੀ। ਐਕੈਡੈਮਿਕ ਗਰੋਥ ਦੇ ਵਿੱਚ ਸਾਡੇ ਕੋਈ ਕਮੀ ਨਹੀਂ ਸੀ। ਮੈਂ PhD ਹਾਂ, ਅੱਗੇ 4 ਵਿਦਿਆਰਥੀਆਂ ਨੂੰ PhD ਪੰਜਾਬ ਯੂਨੀਵਰਸਿਟੀ ਤੋਂ ਕਰਾ ਰਹੀ ਹਾਂ। ਤੇ ਜੇ ਤੁਸੀਂ ਹੁਣ ਇਹ ਕੁਐਸਚਨ ਪੁੱਛ ਹੀ ਲਿਆ ਤੇ ਮੈਂ ਡਾਇਰੈਕਟਰ SP ਆਨੰਦ ਨੂੰ ਇਹ ਕਹਿੰਦੀ ਹਾਂ ਕਿ ਕਾਲਜ ਦੇ ਵਿੱਚ 60 ਬੰਦਿਆਂ ਦਾ ਸਟਾਫ ਹੈ, ਕਿਸੇ ਇੱਕ ਮੈਂਬਰ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦੇ ਮੇਰੀ ਬਰਾਬਰ, ਕਿ ਮੇਰੀ ਐਕੈਡੈਮਿਕ ਗਰੋਥ ਉਸ ਬੰਦੇ ਦੀ ਮੇਰੇ ਬਰਾਬਰ ਹੋਵੇ। ਹਾਂ, ਇਹ ਮੈਂ ਚੈਲੰਜ ਕਰਦੀ ਆ ਉਹਨੂੰ ਕਿ ਕਿਸੇ ਵੀ ਪੱਖ ਤੋਂ ਮੇਰੀ ਐਕੈਡੈਮਿਕ ਗਰੋਥ ਜਾਂ ਮੇਰੇ ਪੜਾਉਣ ਵਾਲੇ ਪੱਖ ਤੋਂ ਮੇਰੇ ਵਿਦਿਆਰਥੀ ਦਿੱਲੀ ਯੂਨੀਵਰਸਿਟੀ ਤੋਂ PhD ਕਰਕੇ ਪ੍ਰੋਫੈਸਰ ਲੱਗੇ ਹੋਏ ਆ। GNDU 'ਚ ਉਹ PhD ਕਰ ਰਹੇ ਨੇ, ਪ੍ਰੋਫੈਸਰ ਖਾਲਸਾ ਕਾਲਜ ਵਿੱਚ ਪੜ੍ਹਾ ਰਹੇ ਨੇ, ਦਿੱਲੀ ਯੂਨੀਵਰਸਿਟੀ ਦੇ ਕਈ ਕਾਲਜਸ ਵਿੱਚ ਪੜ੍ਹਾ ਰਹੇ ਨੇ। ਸਾਡੇ ਪੜਾਉਣ ਵਿੱਚ ਕੋਈ ਕਮੀ ਨਹੀਂ ਸੀ, ਇਹਨਾਂ ਦੀ ਨੀਅਤ ਵਿੱਚ ਕਮੀ ਸੀ। ਨੀਅਤ ਵਿੱਚ ਕਮੀ ਹੈ। ਤੇ ਕੀ ਲੱਗਦਾ ਹੈ, ਮਤਲਬ ਤੁਹਾਡੀ ਇੰਨਾ ਚਿਰ ਤੁਸੀਂ ਧਰਨੇ ਤੇ ਬੈਠਿਆਂ ਨੂੰ ਹੋ ਗਿਆ, ਹਾਲੇ ਤੱਕ ਸਰਕਾਰ ਵੱਲੋਂ ਜਾਂ ਸਿਸਟਮ ਵੱਲੋਂ ਤੁਹਾਡਾ ਹੱਲ ਕਿਉਂ ਨਹੀਂ ਕੀਤਾ ਗਿਆ? ਸਿਸਟਮ ਮੈਨੂੰ ਲੱਗਦਾ ਹੈ ਕਿ ਸਰ ਰਲਿਆ ਹੋਇਆ ਇਹਨਾਂ ਦੇ ਨਾਲ। ਸਾਨੂੰ ਤਾਂ ਹੁਣ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਸਰਕਾਰ ਦਾ ਅੱਜ ਤੱਕ ਕੋਈ ਨੁਮਾਇੰਦਾ, ਨਾ ਹੀ ਕੋਈ ਲੋਕਲ MLA, ਨਾ ਹੀ ਕੋਈ ਅਸੀਂ ਸਿੱਖਿਆ ਮੰਤਰੀ ਨੂੰ, ਅਸੀਂ ਇੱਥੋਂ ਤੱਕ ਕਿ ਭਗਵੰਤ ਮਾਨ ਜੀ ਨੂੰ, ਉਹਨਾਂ ਨੂੰ ਵੀ ਚਿੱਠੀ ਲਿਖੀ ਹੈ, ਪਰ ਸਾਡੇ ਤੱਕ ਅਜੇ ਤੱਕ ਕੋਈ ਨਹੀਂ ਪਹੁੰਚਿਆ। ਚੁੱਪ ਕਿਉਂ ਨੇ, ਇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਇਹਨਾਂ ਦੇ ਨਾਲ ਰਲੇ ਹੋਏ ਆ ਜਾਂ ਕੋਈ ਹੋਰ ਉਹਨਾਂ ਦਾ ਏਜੰਡਾ ਹਾਇਰ ਐਜੂਕੇਸ਼ਨ ਨੂੰ ਵੈਸੇ ਹੀ ਫੇਲ ਕਰਨ ਦਾ ਏਜੰਡਾ। ਤੁਹਾਨੂੰ ਇਹ ਲੱਗਦਾ, ਮਤਲਬ ਜੀ ਉਹ ਤਾਂ ਕਹਿੰਦੇ ਹੁੰਦੇ ਸੀ ਮੈਨੂੰ ਕੱਲੀ ਗੱਲ ਦਾ ਪਤਾ, ਸਮੱਸਿਆਵਾਂ ਦਾ ਪਤਾ, ਮੈਂ ਹਰ ਇੱਕ ਚੀਜ਼ ਜਾਣਦਾ। ਸਰ, ਕੱਲੀ ਗੱਲ ਦਾ ਪਤਾ ਹੋਣਾ ਤੇ ਕੱਲੀ ਗੱਲ ਤੇ ਬੋਲ ਪੈਣਾ
ਦੋਨੋਂ ਜਿਹੜੀਆਂ ਨੇ ਵੱਖੋ ਵੱਖਰੀਆਂ ਗੱਲਾਂ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਕੱਲੀ ਗੱਲ ਨਹੀਂ ਹੈਗੀ, ਇਹ ਸਾਰੇ ਪੰਜਾਬ ਦੀ ਗੱਲ ਹੈ। ਇਹਦਾ ਵੀ ਪਤਾ ਹੈ ਸਰਕਾਰ ਨੂੰ, ਕੱਲੇ ਮੰਤਰੀ ਨੂੰ ਪਤਾ ਹੈ, MLA ਨੂੰ ਪਤਾ ਹੈ। ਇੱਥੇ ਆ ਕੇ ਗਏ ਨੇ, ਪਰ ਇਹ ਕਹਿ ਕੇ ਗਏ ਨੇ ਕਿ ਸਾਡੀ ਕੋਈ ਮਜਬੂਰੀ ਹੈ। ਹੁਣ ਮਜਬੂਰੀ ਉਹ ਕਿਸ ਕਿਸਮ ਦੀ ਹੈ ਸਾਨੂੰ ਨਹੀਂ ਪਤਾ, ਕਿ ਉਹਨਾਂ ਨੇ ਇਹੋ ਜਿਹੀ ਕਿਹੜੀ ਇਹਨਾਂ ਦੇ ਨਾਲ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਇਸ ਧੱਕੇ ਦੇ ਵਿਰੁੱਧ ਬੋਲਣਾ ਨਹੀਂ। ਬਸ ਇਹੋ ਜਿਹੀ ਕੋਈ ਮਜਬੂਰੀ ਲੱਗਦੀ, ਹੋਰ ਕੋਈ ਨਹੀਂ। ਮੈਡਮ ਕਿੰਨੇ ਸਮੇਂ ਤੋਂ ਪੜ੍ਹਾ ਰਹੇ ਤੁਸੀਂ? ਮੈਂ ਸਰ ਇੱਥੇ 13 ਸਾਲ ਤੋਂ ਪੜ੍ਹਾ ਰਹੀ ਹਾਂ ਜੀ। ਹਾਂ, ਮਤਲਬ 13 ਸਾਲ ਇਸ ਤੋਂ ਪਹਿਲਾਂ ਕੋਈ ਤੁਹਾਡੀ ਸ਼ਿਕਾਇਤ ਜਾਂ ਕਦੇ ਤੁਹਾਨੂੰ ਕੱਢਿਆ ਗਿਆ? ਨਾ ਜੀ, ਸਾਨੂੰ ਨਾ ਹੀ ਕੱਢਿਆ ਗਿਆ ਤੇ ਨਾ ਹੀ ਇਸ ਕਿਸਮ ਦੀ ਕਾਲਜ ਦੇ ਵਿੱਚ ਸਾਡੀ ਕੋਈ ਸ਼ਿਕਾਇਤ ਹੈ ਕਿਸੇ ਵਿਦਿਆਰਥੀ ਵੱਲੋਂ, ਕਿਸੇ ਅਧਿਆਪਕ ਵੱਲੋਂ। ਸਿਰਫ ਇੱਕੋ ਇੱਕ ਜਿਹੜਾ ਇਹ ਬੰਦਾ SP ਆਨੰਦ ਡਾਇਰੈਕਟਰ ਹੈ, ਉਹਨੇ ਪਿਛਲੇ 1 ਸਾਲ ਤੋਂ ਇਹ ਸਾਰਾ ਜਿਹੜਾ ਗਰਾਊਂਡ ਤਿਆਰ ਕੀਤਾ, ਜਿਸ ਗਰਾਊਂਡ ਦੇ ਤਹਿਤ ਉਹਨੇ ਤੁਹਾਡਾ ਮੈਂ ਉੱਥੇ ਪੋਸਟਰ ਪੜ੍ਹ ਰਿਹਾ ਸੀ, ਤੁਸੀਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਉਹ ਕਿਉਂ ਕੀਤੀ? ਸਰ ਖੁਦਕੁਸ਼ੀ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਨਾ, ਬੰਦਾ ਮੈਂਟਲ ਸਟ੍ਰੈਸ ਨਾਲ ਜਿਸ ਕਿਸਮ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਜਦੋਂ ਅਸੀਂ ਦੁਬਾਰਾ ਜੁਆਇਨ ਕਰਨ ਆਏ ਆ, ਅਸੀਂ ਤਿੰਨੋਂ ਅੰਦਰ ਗਏ ਆ, ਅਸੀਂ ਇਹ ਕਿਹਾ ਕਿ ਯੂਨੀਵਰਸਿਟੀ ਨੇ ਸਾਨੂੰ ਲੈਟਰ ਦਿੱਤੀ ਹੈ ਜੁਆਇਨਿੰਗ ਦੀ। ਉਹ ਕਹਿੰਦੇ ਆ ਕਿ ਜੁਆਇਨ ਕਰਾਓ। ਅੱਗੋਂ ਸਾਨੂੰ ਕਹਿੰਦੇ ਸਿੱਧਾ ਕੋਰਾ ਜਵਾਬ, ਕਹਿੰਦੇ ਨਾ ਜੀ ਮੈਂ ਕਿਸੇ ਯੂਨੀਵਰਸਿਟੀ ਨੂੰ ਨਹੀਂ ਮੰਨਦਾ, ਤੁਸੀਂ ਜੋ ਕਰਨਾ ਕਰ ਲਓ। ਅਸੀਂ ਤਿੰਨਾਂ ਨੇ ਅੱਗੋਂ ਕਿਹਾ ਸਰ ਸਾਡਾ ਤਾਂ ਮਰਨ ਹੈ, ਕੀ ਕਰੀਏ? ਕਹਿੰਦੇ ਮਰ ਜਾਓ, ਹੈ ਨਾ। ਚਲੋ ਉਹਨਾਂ ਦੇ ਕਹਿਣ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਮਰਨਾ ਚਾਹੀਦਾ ਸੀ। ਮੈਂ ਆਪਣੇ ਹੀ ਇੱਕ ਮੈਂਟਲ ਪ੍ਰੈਸ਼ਰ ਮੇਰੇ ਤੇ ਇੰਨਾ ਪੈ ਗਿਆ, ਮਾਨਸਿਕ ਪੀੜਾ ਹੀ ਇੰਨੀ ਵੱਧ ਗਈ ਕਿ ਉਹ ਬੰਦਾ ਇਹੀ ਜ਼ਿੰਮੇਵਾਰ ਹੈ। ਜੇ ਮੈਨੂੰ ਕੁਝ ਹੋ ਜਾਂਦਾ ਚਲੋ ਮੈਂ ਬਚ ਗਈ, ਮੇਰੀ ਕਿਸਮਤ ਸੀ, ਪਰ ਮੇਰੀ ਜਿਹੜੀ ਮੌਤ ਸੀ ਉਹਦਾ ਜ਼ਿੰਮੇਵਾਰ ਮੈਂ ਇੱਕੋ ਬੰਦੇ ਨੂੰ ਠਹਿਰਾਉਂਦੀ ਹਾਂ, ਜਿਨੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਇਹ ਮਾਨਸਿਕ ਪੀੜਾ ਦਿੱਤੀ ਹੋਈ। ਹਾਂ, ਤੁਸੀਂ ਸਰ ਕਦੋਂ ਤੋਂ ਪੜ੍ਹਾ ਰਹੇ ਸੀ? ਮੈਂ ਜੂਨ 2011 ਤੋਂ 13 ਸਾਲ ਹੋ ਗਏ ਮੈਨੂੰ, ਮੈਂ ਪਰਮਾਨੈਂਟ ਪੋਸਟ ਤੇ ਕੰਮ ਕਰ ਰਿਹਾ ਤੇ ਹੁਣ ਤਾਂ ਮੈਂ ਮੌਜੂਦਾ ਮੁਖੀ ਸੀ ਪੰਜਾਬੀ ਵਿਭਾਗ ਦਾ। ਠੀਕ ਹੈ, HOD ਸੀ ਮੈਂ ਪੰਜਾਬੀ ਡਿਪਾਰਟਮੈਂਟ 'ਚ। ਤੁਹਾਡੀ ਪੜ੍ਹਾਈ 'ਚ ਕੋਈ ਕਮੀ ਸੀ? ਨਹੀਂ ਸਰ, ਪੜ੍ਹਾਈ 'ਚ ਕਮੀ ਕਿੱਥੇ ਹੋਣੀ ਹੈ ਜੀ। ਪੜ੍ਹਾਈ 'ਚ ਕਮੀ ਹੁੰਦੀ ਤਾਂ ਪਿਛਲੇ 13 ਸਾਲਾਂ ਤੋਂ ਇਹ ਸਾਨੂੰ ਐਕਸੀਲੈਂਟ ਲਿਖ ਕੇ ਦਿੰਦੇ ਰਹੇ ਆ। ਪੜ੍ਹਾਈ ਤੋਂ ਇਲਾਵਾ ਕਾਲਜ ਦੇ ਸਾਰੇ ਕੰਮ ਜਿੰਨੇ ਹੈਗੇ ਆ, NSS ਮੇਰੇ ਕੋਲ ਸੀਗਾ, ਯੂਥ ਵੈਲਫੇਅਰ ਡਿਪਾਰਟਮੈਂਟ ਮੇਰੇ ਕੋਲੇ ਸੀਗਾ, ਭਾਸ਼ਾ ਮੰਚ ਹੈ ਪੰਜਾਬ ਸਰਕਾਰ ਦਾ ਉਹ ਮੇਰੇ ਕੋਲੇ ਹੈ, ਰੈੱਡ ਰਿਬਨ ਕਲੱਬ ਹੈ ਉਹ ਮੇਰੇ ਕੋਲੇ ਹੈ, ਨੋਡਲ ਆਫਿਸਰ ਹੈ ਉਹ ਮੇਰੇ ਕੋਲੇ ਹੈ, DC ਆਫਿਸ, SDM ਆਫਿਸ, ਕਾਲਜ ਦੇ ਜਿੰਨੇ ਐਕਸਟਰਾ ਕੰਮ ਨੇ ਡੇਲੀ ਆਫਿਸ। ਇਸ ਗੱਲ ਦਾ ਰਿਕਾਰਡ ਪਿਆ ਕਿ 5 ਤੋਂ 7 ਲੈਟਰਾਂ ਡੇਲੀ ਮੈਨੂੰ ਉਹ ਦਿੰਦੇ ਸੀਗੇ। ਤੇ ਪੜ੍ਹਾਉਣ ਤੋਂ ਇਲਾਵਾ ਮੈਂ ਇਹ ਕੋਸ਼ਿਸ਼ ਕਰਦਾ ਰਿਹਾ ਹਮੇਸ਼ਾ ਕਿ ਉਹ ਸਾਰੇ ਕੰਮ ਮੈਂ 3 ਵਜੇ ਤੋਂ ਬਾਅਦ ਜਾ ਕੇ ਵੱਖ-ਵੱਖ ਦਫ਼ਤਰਾਂ 'ਚ ਕਰਦਾ ਰਿਹਾ। ਪੜ੍ਹਾਈ 'ਚ ਕਿਤੇ ਕੋਈ ਕਮੀ ਨਹੀਂ। ਉਹਦਾ ਸਬੂਤ ਅੱਜ ਸਾਡੇ ਵਿਦਿਆਰਥੀ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਧਰਨੇ 'ਚ ਸਾਡੇ ਨਾਲ ਬੈਠੇ ਹੋਏ ਨੇ। ਕਿਵੇਂ ਦੇਖਦੇ ਹੋ ਜੀ ਇਹ ਸਾਰੀਆਂ ਪਾਲਿਸੀਆਂ ਨੂੰ, ਇਹਨਾਂ ਦੇ ਕੱਢਣ ਤੋਂ ਲੈ ਕੇ ਸਰਕਾਰ ਦੇ ਬਾਂਹ ਨਾ ਫੜਨ ਤੱਕ? ਦੇਖੋ, ਮੇਰਾ ਨਾਮ ਪ੍ਰੋਫੈਸਰ ਜਸਪਾਲ ਘਈ ਹੈ। ਮੈਂ ਇਸੇ ਕਾਲਜ ਦੇ ਵਿੱਚ 30 ਸਾਲ ਪੜ੍ਹਾਉਂਦਾ ਰਿਹਾ। ਇਹ ਜਿਹੜੇ ਬੱਚੇ ਅੱਜ ਕੱਢੇ ਗਏ ਆ, ਇਹ ਮੇਰੇ ਹੀ ਲਿਆਂਦੇ ਹੋਏ ਆ। MA ਦੀ ਪ੍ਰਪੋਜ਼ਲ ਬਣਾਉਣ ਵਾਲਾ ਮੈਂ ਸਾਂ। ਇਹ ਕਿਸੇ ਹੋਰ ਕਾਲਜ ਦੇ ਵਿੱਚੋਂ ਛੱਡ ਕੇ ਇੱਥੇ ਸਿਰਫ ਇਸ ਕਰਕੇ ਆਏ ਸੀ ਕਿ ਇਹ ਕਾਲਜ ਬੜਾ ਪੁਰਾਣਾ ਹੈ, 100 ਸਾਲ ਪੁਰਾਣਾ ਇਹਦਾ ਇਤਿਹਾਸ ਹੈ। ਬੜੇ ਵੱਡੇ ਬੰਦੇ ਇੱਥੋਂ ਪੜ੍ਹ ਕੇ ਗਏ ਨੇ। ਇੱਥੇ ਜਾ ਕੇ ਅਸੀਂ ਸਿੱਖਿਆ ਦਾ ਹੋਰ ਪਾਸਾਰ ਕਰ ਸਕਾਂਗੇ ਔਰ ਆਪਣੇ ਦਿਮਾਗ ਨੂੰ ਵੀ ਹੋਰ ਵਧਾ ਸਕਾਂਗੇ। ਇਹਨਾਂ ਨੇ 13 14 ਸਾਲ ਇੱਥੇ ਸਰਵਿਸ ਕੀਤੀ। ਪਰਮਾਨੈਂਟ ਇਹਨਾਂ ਦੀ ਭਰਤੀ ਸੀ। ਮਨਜੀਤ ਕੌਰ ਆਜ਼ਾਦ ਤੇ ਕੁਲਦੀਪ ਪੰਜਾਬੀ ਦੇ ਬੜੇ ਅੱਛੇ ਸ਼ਾਇਰ ਨੇ। ਇਹਨਾਂ ਨੇ ਘੱਟੋ ਘੱਟ 4-5 ਕਿਤਾਬਾਂ ਹਰੇਕ ਨੇ ਲਿਖੀਆਂ ਹੋਈਆਂ। ਲਕਸ਼ਮਿੰਦਰ ਮੋਰੀਵਾਲ ਇਤਿਹਾਸ ਦਾ ਬਹੁਤ ਵੱਡਾ ਵਿਦਵਾਨ ਹੈ। ਸਵਾਲ ਇਹ ਹੈ ਕਿ ਜਦੋਂ ਅਸੀਂ ਇੱਕ ਥਾਂ ਤੋਂ ਛੱਡ ਕੇ ਦੂਜੀ ਥਾਂ ਜਾਂਦੇ ਹਾਂ, 15 ਸਾਲ ਬਾਅਦ ਸਾਨੂੰ ਇੱਕੋ ਦਮ ਫਰਲਾ ਫੜਾ ਦਿੱਤਾ ਜਾਂਦਾ ਹੈ ਕਿ ਤੁਹਾਡੀਆਂ ਸਰਵਿਸਾਂ ਦੀ ਲੋੜ ਨਹੀਂ, ਤੁਹਾਨੂੰ ਕੱਢਿਆ ਜਾ ਰਿਹਾ ਹੈ। ਉਮਰ ਦੇ ਉਸ ਪੜਾਅ 'ਤੇ ਬੰਦਾ ਕੀ ਕਰੇ? ਇਹੀ ਨਤੀਜਾ ਸੀ ਕਿ ਮਨਜੀਤ ਕੌਰ ਨੇ ਇਹੋ ਜਿਹਾ ਸਟੈਪ ਚੱਕਣ ਦੀ ਕੋਸ਼ਿਸ਼ ਕੀਤੀ। ਬੰਦੇ ਨੂੰ ਹੋਰ ਕੁਝ ਦਿਸਦਾ ਹੀ ਨਹੀਂ, ਹਨੇਰਾ ਦਿਸਦਾ। ਜਿਹੜੀ ਕਾਰਵਾਈ ਇਹਨਾਂ ਨੇ ਕੀਤੀ ਹੈ ਉਹ ਇੱਕ ਤਰ੍ਹਾਂ ਨਾਲ 100 ਸਾਲ ਪੁਰਾਣੇ ਕਾਲਜ ਦੇ ਇਤਿਹਾਸ ਉੱਪਰ ਕਾਲੀ ਮਿੱਟੀ ਪੋਚਣ ਵਾਲੀ ਗੱਲ ਹੈ। ਬਾਜ਼ਾਰ ਦੇ ਵਿੱਚ ਜਦੋਂ ਜਾਈਦਾ ਉਦੋਂ ਲੋਕ ਇਹ ਨਹੀਂ ਪੁੱਛਦੇ ਕਿ ਤੁਸੀਂ ਉਸ ਕਾਲਜ ਵਿੱਚ ਪੜ੍ਹਾਉਂਦੇ ਰਹੇ ਹੋ ਜਿੱਥੇ ਜਨਰਲ JJ ਸਿੰਘ ਹੋਰੀ ਪੜ੍ਹਦੇ ਰਹੇ ਹੈ। ਲੋਕ ਇਹ ਪੁੱਛਦੇ ਨੇ ਕਿ ਤੁਸੀਂ ਉਸ ਕਾਲਜ ਵਿੱਚ ਪੜ੍ਹਾਉਂਦੇ ਰਹੇ ਹੋ ਜਿੱਥੋਂ 2-3 ਪ੍ਰੋਫੈਸਰ ਕੱਢ ਦਿੱਤੇ ਗਏ ਆ।
ਵਿੱਚ HOD ਵੀ ਕੱਢ ਦਿੱਤਾ ਗਿਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਗਵਰਨਮੈਂਟ ਦੀ ਵੀ ਪਾਲਿਸੀ ਹੈ ਕਿ ਜੇ ਤੁਸੀਂ ਰਿਟੈਂਚਮੈਂਟ ਕਰਨੀ ਹੈ, ਜੇ ਤੁਸੀਂ ਸ਼ਾਂਤੀ ਕਰਨੀ ਹੈ ਤਾਂ ਤੁਸੀਂ ਸ਼ੁਰੂ ਕਿੱਥੋਂ ਕਰਨਾ? ਉੱਪਰੋਂ ਸ਼ੁਰੂ ਕਰਨਾ ਕਿ ਹੇਠੋਂ ਸ਼ੁਰੂ ਕਰਨਾ? ਆਈਦਰ ਜੂਨੀਅਰ ਮੋਸਟ ਮੇ ਬੀ ਰਿਟਰੈਂਚਡ ਔਰ ਸੀਨੀਅਰ ਮੋਸਟ। ਇਹਨਾਂ ਨੇ ਸ਼ੁਰੂ ਹੀ HOD ਤੋਂ ਕੀਤਾ। ਫਿਰ ਤਾਂ ਇੱਕ ਕੰਮ ਹੋਰ ਕਰਨਾ ਸੀ ਕਿ HOD ਤੋਂ ਉੱਤੇ ਵੀ 2 ਅਹੁਦੇ ਹੈਗੇ ਆ, ਪ੍ਰਿੰਸੀਪਲ ਨੂੰ ਵੀ ਕੱਢ ਦੇਣਾ ਸੀ, ਡਾਇਰੈਕਟਰ ਨੂੰ ਵੀ ਕੱਢ ਦੇਣਾ ਸੀ। ਤੁਹਾਡੇ ਕੋਲ ਐਡਹਾਕ ਟੀਚਰ ਪੜ੍ਹਾ ਰਹੇ ਆ, HOD ਨੂੰ ਤੁਸੀਂ ਕੱਢ ਰਹੇ ਹੋ। ਨੰਬਰ 2 ਤੇ ਤੁਸੀਂ ਇਹ ਨਹੀਂ ਕਿਹਾ ਕਿ ਸਾਰੀ MA ਬੰਦ ਹੈ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਸਾਰਾ ਬੰਦ ਹੈ। 3 MA ਦੇ ਵਿੱਚੋਂ ਸਿਰਫ 2 MA ਬੰਦ ਕੀਤੀਆਂ ਗਈਆਂ, 1 MA ਚੱਲ ਰਹੀ ਹੈ। ਉਹ ਕਿਉਂ ਚੱਲ ਰਹੀ ਹੈ? ਕੋਈ ਯੂਨੀਵਰਸਿਟੀ ਦੀ ਪਰਮਿਸ਼ਨ ਨਹੀਂ ਲਈ ਗਈ, ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ। ਕਿਸੇ ਸਿਧਾਂਤ ਨੂੰ ਸਾਰਿਆਂ ਨੂੰ ਛਿੱਕੇ ਟੰਗ ਕੇ ਇਹਨਾਂ ਨੂੰ ਇੱਕੋ ਦਮ ਕਹਿ ਦਿੱਤਾ ਗਿਆ ਕਿ ਤੁਸੀਂ ਫਾਰਗ ਹੋ, ਅੱਜ ਤੋਂ ਬਾਅਦ ਤੁਸੀਂ ਨਹੀਂ ਆਉਣਾ। ਇਹ ਮੇਰਾ ਖਿਆਲ ਹੈ ਕਿ ਹਿਟਲਰ ਦੀ ਔਲਾਦ ਦੁਆਰਾ ਪੈਦਾ ਹੋ ਗਈ ਹੈ, ਸਾਡੇ ਕਾਲਜ ਦੇ ਵਿੱਚ ਆ ਗਈ ਹੈ ਅਤੇ ਉਹ ਹਿਟਲਰ ਸ਼ਾਹੀ, ਨਾਦਰ ਸ਼ਾਹੀ ਚਲਾ ਰਹੀ ਹੈ, ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮੈਂ ਸਾਬਕਾ RSD ਕਾਲਜ ਦੇ ਸਾਬਕਾ ਪ੍ਰੋਫੈਸਰਾਂ ਦੀ ਤਰਫੋਂ ਉਹਨਾਂ ਦਾ ਪ੍ਰਤੀਨਿਧ ਬਣ ਕੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਇਆ। ਫਿਰੋਜ਼ਪੁਰ ਦੇ ਲੇਖਕਾਂ ਵੱਲੋਂ ਵੀ ਮੈਂ ਇਹਨਾਂ ਨਾਲ ਪੂਰੀ ਸਿੰਪਥੀ ਰੱਖਦਾ ਅਤੇ ਜਿਹੜਾ ਵੀ ਇਹ ਸਟੈਪ ਚੁੱਕਣਗੇ ਅਸੀਂ ਸਾਬਕਾ ਅਧਿਆਪਕ ਵੀ ਇਹਨਾਂ ਦਾ ਪੂਰਾ ਸਾਥ ਦੇਵਾਂਗੇ। ਤੁਸੀਂ ਕਿੰਨੇ ਸਮੇਂ ਤੋਂ ਪੜ੍ਹਾ ਰਹੇ ਸੀ? ਮੈਂ ਪਿਛਲੇ 13 ਸਾਲਾਂ ਤੋਂ ਇੱਥੇ ਪੜ੍ਹਾ ਰਿਹਾ ਹੈਗਾ। ਤੁਸੀਂ ਹੁਣੇ ਥੋੜ੍ਹੀ ਦੇਰ ਪਹਿਲਾਂ ਮੇਰੇ ਦੋਨੋਂ ਸਾਥੀਆਂ ਨੂੰ ਪੁੱਛਿਆ ਤੁਹਾਡੀ ਪੜ੍ਹਾਈ 'ਚ ਕੋਈ ਕਮੀ। ਮੈਨੂੰ ਲੱਗਦਾ ਇਹ ਸਵਾਲ ਇਸ ਉਮਰੇ 15 ਸਾਲਾਂ ਬਾਅਦ ਪੁੱਛਣਾ, ਪੜ੍ਹਾਈ 'ਚ ਕਮੀ। ਅਰੇ ਅਸੀਂ ਕਾਲਜ ਕਿਉਂ ਜੁਆਇਨ ਕੀਤਾ? ਪੜ੍ਹਨ ਅਤੇ ਪੜ੍ਹਾਉਣ ਵਾਸਤੇ। ਸਾਡਾ ਕੰਮ ਕੀ ਹੈ? ਪੜ੍ਹਨਾ ਅਤੇ ਪੜ੍ਹਾਉਣਾ, ਲੋਕਾਂ ਨੂੰ ਸਿੱਖਿਅਤ ਕਰਨਾ। ਇਹ ਜਿਹੜੇ ਤੁਸੀਂ ਬੱਚੇ ਬਾਹਰ ਸਾਡੇ ਨਾਲ ਜੁੜੇ ਦੇਖ ਰਹੇ ਹੋ ਜਾਂ ਲੋਕ ਜੁੜੇ ਦੇਖ ਰਹੇ ਹੋ, ਇਹ ਸਾਡੇ ਕੰਮਾਂ ਕਰਕੇ ਹੈ। ਅਸੀਂ ਲੋਕਾਂ ਨਾਲ ਜੁੜੇ ਹੈ। ਕਦੇ ਕਿਸੇ ਨੂੰ ਅਸੀਂ ਇਸ ਤਰ੍ਹਾਂ ਮਤਲਬ ਮੂੰਹ ਬਣਾ ਕੇ ਜਾਂ ਇਹ ਕਹੀਏ ਵੀ ਨੰਨਾ ਪਾ ਕੇ ਕਿਸੇ ਨੂੰ ਮਨਾ ਨਹੀਂ ਕੀਤਾ। ਸਭ ਲੋਕਾਂ ਨੂੰ ਜੋੜਿਆ ਔਰ ਸਿੱਖਿਆ ਦੁਆਰਾ ਹੀ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਿਆ ਅਤੇ ਸਿੱਖਿਅਤ ਕੀਤਾ ਹੈਗਾ। ਠੀਕ ਹੈ, ਸਾਡੇ ਵਿੱਚ ਜੇ ਕੋਈ ਕਮੀ ਦੱਸਣਾ, ਇਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਹੈ। ਸਾਡੀ ACR, ਸਾਡੀ ਸਰਵਿਸ ਬੁੱਕਸ ਪਿਛਲੇ 14 ਸਾਲਾਂ ਤੋਂ ਅਸੀਂ ਲਗਾਤਾਰ ਕਾਲਜ ਵਾਸਤੇ ਵੱਧ ਚੜ੍ਹ ਕੇ ਕੰਮ ਹੀ ਕੀਤਾ। ਮੈਨੂੰ ਨਹੀਂ ਲੱਗਦਾ ਸਾਡੇ ਤੋਂ ਇਲਾਵਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, 6 ਵਜੇ ਤੱਕ ਕੋਈ ਹੋਰ ਕੰਮ ਕਰਦਾ ਹੋਵੇ। ਹਰ ਟਾਈਮ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ, ਤੁਸੀਂ ਪੁਰਾਣੇ ਕੋਈ ਨੋਟਿਸ ਕਢਾ ਕੇ ਦੇਖ ਲਓ, ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਦੇਖ ਲਓ, ਸਭ ਤੋਂ ਜ਼ਿਆਦਾ ਨਾਮ ਕਿਹਦਾ ਹੋਏਗਾ? ਪ੍ਰੋਫੈਸਰ ਕੁਲਦੀਪ ਦਾ ਜਾਂ ਮੇਰਾ ਜਾਂ ਮੈਡਮ ਮਨਜੀਤ ਕੌਰ ਦਾ। ਜਿੰਨੀਆਂ ਵੀ ਐਕਸਟਰਾ ਐਕਟੀਵਿਟੀਜ਼ ਨੇ, ਕਿਸੇ ਵੀ ਤਰ੍ਹਾਂ ਦੀ ਹੋਰ ਗਤੀਵਿਧੀਆਂ ਨੇ, ਸਭ ਤੋਂ ਜ਼ਿਆਦਾ ਨੋਟਿਸ ਸਾਡੇ ਹੀ ਨੇ, ਸਾਡੇ ਨਾਮ 'ਤੇ ਹੀ ਨੋਟਿਸ ਨਿਕਲੇ ਹੋਏ ਨੇ। ਮੈਂ ਜਿੰਨੀ ਵੀ ਕਾਲਜ ਦੀ ਸਕੋਲਰਸ਼ਿਪ ਹੈ ਉਹ ਇਕੱਲਾ ਮੈਂ ਹੀ ਸੰਭਾਲਦਾ। ਸਾਰਾ ਕੁਝ ਰਿਕਾਰਡ ਮੇਰੇ ਕੋਲ ਹੀ ਹੈ। ਕਿਸੇ ਵੀ ਤਰ੍ਹਾਂ ਦਾ ਸਾਡੀ ਕੰਮਾਂ ਵਿੱਚ ਕੋਈ ਕਮੀ ਨਹੀਂ ਹੈ। ਕਈ ਵਾਰ ਇਹ ਵੀ ਹੁੰਦਾ ਕਿ ਬੰਦਾ ਜਿਹੜਾ ਮਹਿਕਮਾ ਜਾਂ ਅਫਸਰਾਂ ਨੂੰ ਚਾਪਲੂਸ ਚਾਹੀਦਾ ਹੁੰਦਾ ਕਿ ਯਾਰ ਇਹ ਵੀ ਹੁੰਦਾ ਵੀ ਕੋਈ ਹੋ ਸਕਦਾ ਤੁਸੀਂ ਉਹ ਨਾ ਹੋ। ਨਹੀਂ, ਦੇਖੋ ਚਾਪਲੂਸੀ ਦੀ ਗੱਲ ਜਾਂ ਕਿਸੇ ਵੀ ਤਰ੍ਹਾਂ ਦਾ, ਦੇਖੋ ਆਪਾਂ ਸਮਾਜ ਨੂੰ ਕੀ ਦੇਣਾ? ਇੱਕ ਨਿਰਪੱਖ ਸੰਦੇਸ਼ ਦੇਣਾ ਹੁੰਦਾ। ਆਪਾਂ ਕਿਸੇ ਤਰ੍ਹਾਂ ਦਾ ਕੋਈ ਧੜੇਬੰਦੀ ਜਾਂ ਕੁਝ ਵੀ ਨਹੀਂ। ਜੇ ਅਸੀਂ ਪੁਰਾਣੇ ਪ੍ਰਿੰਸੀਪਲਾਂ ਨਾਲ ਵੀ ਰਹੇ ਹਾਂ, ਠੀਕ ਹੈ, ਉਹਨਾਂ ਨੇ ਜੇ ਸਾਨੂੰ ਨਾਲ ਰੱਖਿਆ ਤਾਂ ਸਾਡੇ ਕੰਮਾਂ ਕਰਕੇ ਰੱਖਿਆ। ਇਹ ਨਹੀਂ, ਤੁਸੀਂ ਆਉਣ ਵਾਲੇ ਸਮੇਂ 'ਚ ਵੀ ਦੇਖ ਲੈਣਾ, ਜੇ ਕੋਈ ਨਵਾਂ ਪ੍ਰਿੰਸੀਪਲ ਆਏਗਾ ਤਾਂ ਸਭ ਤੋਂ ਪਹਿਲਾਂ ਨਾਮ ਪੁੱਛੇਗਾ ਵੀ ਇਸ ਕਾਲਜ 'ਚ ਕੰਮ ਕਰਨ ਵਾਲੇ ਕੌਣ ਨੇ, ਤਾਂ ਨਾਮ ਲਿੱਤਾ ਜਾਏਗਾ ਪ੍ਰੋਫੈਸਰ ਕੁਲਦੀਪ, ਪ੍ਰੋਫੈਸਰ ਲਕਸ਼ਮਿੰਦਰ, ਪ੍ਰੋਫੈਸਰ ਮਨਜੀਤ ਜਾਂ ਸਾਡੇ ਨਾਲ ਜੁੜੇ ਹੋਏ ਪ੍ਰੋਫੈਸਰ ਆਜ਼ਾਦ। ਸਾਡਾ ਹੀ ਨਾਮ ਸਭ ਤੋਂ ਪਹਿਲਾਂ ਲਿਆ ਜਾਣਾ ਹੈਗਾ। ਇਹ ਇੱਥੇ ਕੋਈ ਚਾਪਲੂਸੀ ਦਾ ਕੰਮ ਨਹੀਂ ਹੈ। ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਅਸੀਂ ਕੰਮ ਕਰਨ ਵਾਲੇ ਲੋਕ ਹਾਂ। ਵਿਦਿਆਰਥੀ ਸਾਹਿਬ ਕਿਵੇਂ ਦੇਖਦੇ ਹੋ? ਮਤਲਬ ਬਦਲਾਅ ਦੇ ਰੰਗ ਕਹਿ ਲਈਏ ਜਾਂ ਕੀ ਕਿਹਾ ਜਾ ਸਕਦਾ? ਆਪਾਂ ਮੇਰਾ ਖਿਆਲ ਹੈ ਤੀਜੀ ਵਾਰੀ ਮਿਲ ਰਹੇ ਹਾਂ ਔਰ 2 ਪ੍ਰੋਗਰਾਮ ਆਪਾਂ ਪੰਜਾਬ ਦੀ ਹਾਇਰ ਐਜੂਕੇਸ਼ਨ 'ਤੇ ਕੀਤੇ ਨੇ, ਠੀਕ ਹੈ। ਔਰ ਉਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਐਜੂਕੇਸ਼ਨ, ਔਰ ਉਹ ਗੱਲ ਪਿਛਲੀ ਸਰਕਾਰ ਵੇਲੇ ਕਹੀ ਸੀ, ਕੈਪਟਨ ਅਮਰਿੰਦਰ ਸਿੰਘ ਵੇਲੇ। ਔਰ ਉਦੋਂ ਮੈਂ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਪੋਲੀਟੀਸ਼ੀਅਨਸ, ਬਿਊਰੋਕਰੇਟ ਅਤੇ ਮਲਟੀਨੈਸ਼ਨਲ ਅਤੇ ਲੋਕਲ ਮੈਨੇਜਮੈਂਟਸ ਦਾ ਗੱਠਜੋੜ ਹੈ, ਠੀਕ ਹੈ। ਅੱਜ
ਨਵੀਂ ਸਰਕਾਰ ਆਉਣ ਦੇ 1.5 ਸਾਲ ਬਾਅਦ ਵੀ ਇਹ ਗੱਲ ਓਨੀ ਹੀ ਸੱਚ ਹੈ। ਸਾਨੂੰ ਨਹੀਂ ਸਮਝ ਆਉਂਦਾ ਇੰਨੀ ਛੇਤੀ ਕਿਸੇ ਸਕੂਲ ਵਿੱਚ ਜਾਂ ਕਿਸੇ ਦੁਕਾਨ ਤੇ ਰੱਖੇ ਹੋਏ ਕਰਿੰਦੇ ਨੂੰ ਅਸੀਂ ਨਹੀਂ ਕਹਿੰਦੇ ਵੀ ਤੂੰ ਸਵੇਰੇ ਨਹੀਂ ਆਉਣਾ, ਉਹਨੂੰ ਵੀ ਕਹਿੰਦੇ ਭਾਈ 2 ਮਹੀਨੇ ਆਪਦਾ ਕੰਮ ਲੱਭ ਲਾ। ਤੇ ਫਿਰ ਸਵੇਰੇ 9:30 ਵਜੇ ਕਾਲਜ ਆਏ ਨੇ, ਇਹਨਾਂ ਨੂੰ ਕਹਿੰਦੇ ਜੀ ਯੂਅਰ ਸਰਵਿਸਿਜ਼ ਆਰ ਨੋ ਮੋਰ। ਸਰਵਿਸਿਜ਼ ਨੋ ਮੋਰ ਕਿਉਂ ਹੈ? ਕਹਿੰਦੇ ਜੀ ਕੰਮ ਘਟ ਗਿਆ, ਸਟੂਡੈਂਟ ਹੈ ਨਹੀਂ ਗੇ। ਭਈ ਜਦੋਂ ਇਸ ਇੱਕ 50 ਵਾਲੀ ਕਲਾਸ 'ਚ 70 ਸਟੂਡੈਂਟ ਹੁੰਦੇ ਸੀ, ਉਦੋਂ ਜਿਹੜਾ ਐਕਸਟਰਾ ਤੁਸੀਂ ਕਮਾਇਆ ਉਹ ਕਿੱਥੋਂ ਕਮਾਇਆ ਸੀ? ਉਹ ਬੱਚੇ ਕੌਣ ਲਿਆਇਆ ਸੀ? ਅੱਜ ਜੇ ਸਟੂਡੈਂਟ ਨਹੀਂ ਹਨ ਜਾਂ ਇੱਕ ਕਲਾਸ 'ਚ ਸਟੂਡੈਂਟ ਘਟ ਗਏ ਨੇ ਤਾਂ ਉਹ ਸਾਡੇ ਕਰਕੇ ਨਹੀਂ ਘਟੇ, ਇਹਨਾਂ ਕਰਕੇ ਨਹੀਂ ਘਟੇ, ਉਹ ਸਮੁੱਚੇ ਪੰਜਾਬ ਦਾ ਫਨੋਮਨਾ। ਪੰਜਾਬ ਸਾਰਾ +2 ਕਰਕੇ ਬਾਹਰ ਜਾ ਰਿਹਾ। ਇਹਦੇ ਬਾਵਜੂਦ ਪਿਛਲੀ ਵਾਰ ਤੁਹਾਡੇ ਕੋਲ 1650 ਸਟੂਡੈਂਟ ਸੀ, 1500 ਪਲੱਸ ਐਤਕੀ ਵੀ ਹੈਗਾ। ਤੁਹਾਨੂੰ 6 ਟੀਚਰ ਚਾਹੀਦੇ ਨੇ ਪੰਜਾਬੀ 'ਚ, 7 ਚਾਹੀਦੇ ਨੇ। 4 ਟੀਚਰਾਂ 'ਚੋਂ 2 ਤੁਸੀਂ ਕੱਢਦੇ ਸੀਨੀਅਰ ਪੋਸਟ। ਇਹ ਕਿਹੜਾ ਤੁਹਾਡਾ ਏਜੰਡਾ? ਬੇਸਿਕ ਏਜੰਡਾ ਇਹ ਹੈ ਕਿ ਉਹ ਟੀਚਰ ਜਿਹੜੇ ਪੂਰੀ ਤਨਖਾਹ ਲੈਂਦੇ ਆ, ਠੀਕ ਹੈ, ਉਹਨਾਂ ਨੂੰ ਕੱਢਣਾ, ਉਹਨਾਂ ਦੀ ਥਾਂ ਤੇ 1200 ਵਾਲੇ ਰੱਖਣੇ ਆ, ਮੁਨਾਫਾ ਕਮਾਉਣਾ। ਇਹ ਕਾਲਜ 102 ਸਾਲ ਪੁਰਾਣਾ, ਜਿਹੜੇ ਇਸ ਵੇਲੇ ਮੈਨੇਜਮੈਂਟ ਹੈ ਇਹਨਾਂ ਦੇ ਬਜ਼ੁਰਗਾਂ ਨੇ ਇਹ ਕਾਲਜ ਇਸ ਇਲਾਕੇ ਦੀ ਸੇਵਾ ਵਾਸਤੇ, ਇਸ ਇਲਾਕੇ ਵਿੱਚ ਵਿੱਦਿਆ ਨੂੰ ਹੱਲਾਸ਼ੇਰੀ ਦੇਣ ਲਈ, ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਦੇ ਪਸਾਰ ਲਈ ਇਹ ਕਾਲਜ ਬਣਾਇਆ ਸੀ। ਜ਼ਮੀਨ ਵੀ ਦਿੱਤੀ, ਪੈਸਾ ਵੀ ਖਰਚਿਆ ਸੀ, ਸਾਰਾ ਕੁਝ। ਜਿਹੜੀ ਨਵੀਂ ਮੈਨੇਜਮੈਂਟ ਹੈ ਉਹ ਮੈਨੇਜਰ ਡਾਇਰੈਕਟਰ ਦੇ ਗੁੰਮਰਾਹਕੁਨ ਪ੍ਰਚਾਰ ਅਧੀਨ ਇਸ ਸੰਸਥਾ ਨੂੰ ਮੁਨਾਫੇ ਦਾ ਸਾਧਨ ਸਮਝਣ ਲੱਗ। ਹੁਣ ਉਹ ਕਹਿੰਦੇ ਵੀ ਟੀਚਰਾਂ ਨੂੰ ਘੱਟ ਤੋਂ ਘੱਟ ਪੈਸਾ ਦਿਓ, ਠੀਕ ਹੈ, ਵੱਧ ਤੋਂ ਵੱਧ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰੋ। ਬੇਸਿਕ ਏਜੰਡਾ ਇਹ ਹੈ। ਇਹ ਜਿਹੜੇ ਪਰਮਾਨੈਂਟ ਟੀਚਰ ਹੈ ਇਹਨਾਂ ਦਾ ਤੁਸੀਂ ਸ਼ੋਸ਼ਣ ਕਰ ਨਹੀਂ ਸੀ ਸਕਦੇ ਕਿਉਂਕਿ ਪਰਮਾਨੈਂਟ ਨੇ। ਇਸ ਕਰਕੇ ਬਹਾਨਾ ਬਣਾ ਕੇ ਡਿਪਾਰਟਮੈਂਟ ਬੰਦ ਕਰਕੇ ਐਮਏ ਪੰਜਾਬੀ ਬੰਦ ਹੈ ਜੀ। ਜਿੱਦਾਂ ਤੁਸੀਂ ਪੰਜਾਬੀ ਡਿਪਾਰਟਮੈਂਟ ਬੰਦ ਕਰ ਦਿਓਗੇ ਤੁਸੀਂ ਤਾਂ ਲਾਭ ਮੁਤਾਬਕ ਉਦੋਂ ਵੀ ਇਹਨਾਂ ਸਟੂਡੈਂਟ ਨੂੰ ਨਹੀਂ ਕਰ ਸਕਦੇ। ਜੇ ਤੁਸੀਂ ਪੰਜਾਬੀ ਡਿਪਾਰਟਮੈਂਟ ਵੀ ਬੰਦ ਕਰ ਦਿਓ ਤਾਂ ਕਾਨੂੰਨੀ ਤੁਸੀਂ ਇਹਨਾਂ ਸਟੂਡੈਂਟ ਟੀਚਰ ਨੂੰ ਉਦੋਂ ਵੀ ਨਹੀਂ ਕੱਢ ਸਕਦੇ। ਕਿਉਂਕਿ ਉਦੋਂ ਵੀ ਤੁਹਾਡੇ ਕੋਲੇ ਇਹਨਾਂ ਟੀਚਰਾਂ ਲਈ 1974 ਦਾ ਸਰਵਿਸ ਸਿਕਿਉਰਿਟੀ ਐਕਟ ਹੈ, ਇਹਨਾਂ ਟੀਚਰਾਂ ਲਈ ਯੂਨੀਵਰਸਿਟੀ ਦਾ ਕੈਲੰਡਰ ਹੈ ਔਰ ਕੋਰਟਾਂ ਦੇ ਫੈਸਲੇ ਨੇ। ਕੋਰਟ ਕਹਿੰਦੀ ਹੈ ਵੀ ਤੁਸੀਂ ਕਾਲਜ ਬੰਦ ਵੀ ਕਰਤਾ ਜਿੰਨਾ ਚਿਰ ਤੁਹਾਡੇ ਕੋਲੇ ਕਾਲਜ ਦੀ ਇੱਕ ਵੀ ਇੱਟ ਮੌਜੂਦ ਹੈ ਵੇਚਣ ਲਈ, ਉਹਨਾਂ ਚਿਰ ਯੂ ਆਰ ਬਾਉਂਡ ਟੂ ਪੇ ਯੂਅਰ ਟੀਚਰਸ। ਠੀਕ ਹੈ, ਇਹ ਕੋਰਟਾਂ ਦੇ ਫੈਸਲੇ ਨੇ। ਇਹ ਹਰ ਗੱਲ ਦੇ ਉਲਟ ਜਾ ਕੇ ਮੈਨੇਜਮੈਂਟ ਨੂੰ ਗੁੰਮਰਾਹ ਕਰਕੇ ਇਹ ਗਲਤ ਫੈਸਲੇ ਕਰਵਾਏ ਜਾ ਰਹੇ ਆ। ਅਗਲੀ ਗੱਲ ਜਿਹੜੀ, ਜਿਸ ਦਿਨ ਯੂਨੀਵਰਸਿਟੀ ਨੇ ਇਹਨਾਂ ਨੂੰ ਲਿਖ ਕੇ ਦਿੱਤਾ ਵੀ ਤੁਸੀਂ ਜਾਓ ਤੇ ਜੁਆਇਨ ਕਰੋ, 31 ਨੂੰ ਇਹਨਾਂ ਨੂੰ ਕੱਢਿਆ ਗਿਆ। 1 ਤਰੀਕ ਨੂੰ ਇਹ ਯੂਨੀਵਰਸਿਟੀ ਕੋਲ ਚਲੇ ਗਏ। ਯੂਨੀਵਰਸਿਟੀ ਨੇ 1 ਤਰੀਕ ਨੂੰ ਚਿੱਠੀ ਲਿਖਤੀ ਵੀ ਇਹਨਾਂ ਨੂੰ ਜੁਆਇਨ ਕਰਾਓ। ਜੇ ਤੁਸੀਂ ਬੰਦ ਕਰਨੀ ਵੀ ਹੈ ਐਮਏ ਕੋਰਸ ਬੰਦ ਕਰਨਾ ਤਾਂ ਸਾਡੀ ਟੀਮ ਆਊਗੀ, ਉਹਨਾਂ ਚਿਰ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ। 2 ਤਰੀਕ ਤੱਕ ਜੁਆਇਨ ਕਰਾ ਕੇ ਰਿਪੋਰਟ ਕਰੋ। ਇਹਨਾਂ ਨੇ ਰਿਪੋਰਟ ਨਹੀਂ ਕੀਤੀ, ਜੁਆਇਨ ਨਹੀਂ ਕਰਾਇਆ। ਜਿਹੜਾ ਪ੍ਰਿੰਸੀਪਲ ਸੀ ਆਫੀਸ਼ੀਏਟਿੰਗ ਉਸ ਵੇਲੇ, ਉਹਨੇ ਜਦੋਂ ਯੂਨੀਵਰਸਿਟੀ ਦੇ ਆਰਡਰ ਵੇਖੇ ਉਹ 75 ਗਿਆ, ਉਹਦਾ ਹੋ ਗਿਆ BP ਲੋ। ਉਹਨੇ ਆਪਦਾ ਪ੍ਰਿੰਸੀਪਲਸ਼ਿਪ ਤੋਂ ਅਸਤੀਫਾ ਲਿਖਿਆ, ਘਰ ਚਲਾ ਗਿਆ। ਉਸ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਬਣਾਉਣਾ ਸੀ ਆਫੀਸ਼ੀਏਟਿੰਗ, ਉਹ ਸੀਨੀਅਰਟੀ ਵਾਈਜ਼ ਬਣਾਉਣਾ ਸੀ। ਇਸ ਵੇਲੇ ਜਿਹੜਾ RSD ਕਾਲਜ ਦਾ ਪ੍ਰਿੰਸੀਪਲ ਹੈ 4.5 ਦਹਾਕ ਦੇ ਐਕਸਪੀਰੀਅੰਸ ਨਾਲ ਸੀਨੀਅਰਟੀ 'ਚ ਥੱਲੋਂ ਪਹਿਲੇ ਨੰਬਰ ਵਾਲਾ, ਯਾਨੀ 32ਵੇਂ ਨੰਬਰ ਵਾਲਾ ਬੰਦਾ ਜਿਹੜਾ ਇਸ ਵੇਲੇ ਪ੍ਰਿੰਸੀਪਲ ਹੈ ਆਫੀਸ਼ੀਏਟਿੰਗ। ਕੀ ਕਰ ਰਹੇ ਨੇ? ਨਾ ਸਰਕਾਰ ਸੁਣ ਰਹੀ ਹੈ, ਨਾ ਯੂਨੀਵਰਸਿਟੀ ਕੋਈ ਐਕਸ਼ਨ ਲੈ ਰਹੀ ਹੈ। ਠੀਕ ਹੈ, ਸਰਕਾਰ ਤਾਂ ਕਹਿੰਦੀ ਸੀ ਸਾਨੂੰ ਕੱਲੀ ਗੱਲ ਦਾ ਪਤਾ ਜੀ, ਅਸੀਂ ਬਦਲਾ ਲਿਆ ਦਿਆਂਗੇ। ਹਾਂ, ਉਹਨਾਂ ਨੂੰ ਪਤਾ, ਉਹਨਾਂ ਨੂੰ ਨਵਜੋਤ ਸਿੱਧੂ ਦਾ ਪਤਾ, ਉਹਨਾਂ ਨੂੰ ਰਾਜਾ ਵੜਿੰਗ ਦਾ ਪਤਾ। ਪ੍ਰੋਫੈਸਰ ਕੀ ਹੁੰਦੇ ਨੇ, ਟੀਚਰ ਕੀ ਹੁੰਦੇ ਨੇ। ਜੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਵੇ ਤਾਂ ਫਿਰ ਪੰਜਾਬ ਦੇ ਵਿੱਚ ਰੋਜ਼ ਜਿਹੜੀਆਂ ਹੈਰੋਇਨਸ ਫੜੀਆਂ ਜਾਂਦੀਆਂ ਨੇ, ਜਿਹੜਾ ਡਰੱਗਸ ਹੈ, ਜਿਹੜਾ ਲੋਕ ਮਰ ਰਹੇ ਨੇ, ਉਹ ਕਿਉਂ ਮਰਦੇ? ਪਤਾ ਨਹੀਂ ਕਿਵੇਂ ਪਤਾ ਹੁੰਦਾ। ਕਈ ਵਾਰੀ ਅਸੀਂ ਕਹਿੰਦੇ ਜਾ ਪਤਾ ਮੈਨੂੰ, ਉਹ ਉਵੇਂ ਪਤਾ ਹੋਣਾ, ਮੈਨੂੰ ਨਹੀਂ ਲੱਗਦਾ। ਪਰ ਇਹ ਹੈ ਕਿ ਫਿਰੋਜ਼ਪੁਰ ਦੇ ਵਿੱਚ, ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ, ਫਿਰੋਜ਼ਪੁਰ 'ਚ ਲੋਕਾਂ ਦੀ ਗੱਲ ਸੁਣਨੀ ਪੈਣੀ ਹੈ। ਅੱਜ ਸੁਣ ਲੈਣ, ਕੱਲ੍ਹ ਸੁਣ ਲੈਣ, 10 ਦਿਨਾਂ ਨੂੰ ਸੁਣ ਲੈਣ, ਅਖੀਰ ਇੱਥੇ ਗੱਲ ਸੁਣਨੀ ਪੈਣੀ ਹੈ।
क्योंकि इत्थे शहीद भगत सिंह का वो नारा गूंजता है कि इनकलाब जिंदाबाद, सरफरोशी की तमन्ना अब हमारे दिल में है, देखना है जोर कितना बाजुए का। ਇਨਕਲਾਬ ਤਾਂ ਵੀ ਲਾਉਂਦੇ नहीं 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 नहीं, वो इनकलाब सिर्फ पग वाला इनकलाब है। इनकलाब का अर्थ कुछ होर है। वो क्योंकि वो स्टेज का आर्टिस्ट रहा, उन्होंने परफॉर्म करना आਉਂਦਾ। स्टेज का आर्टिस्ट होने ਵਿੱਚ ਤੇ ਰਾਜ ਦਾ ਮੁੱਖ ਮੰਤਰੀ ਹੋਣ ਵਿੱਚ ਬਹੁਤ ਜ਼ਿਆਦਾ, ਸਟੇਟ ਤੇ ਸਟੇਜ 'ਚ ਫਰਕ ਹੈ। ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਤਾਂ ਗੱਲਬਾਤ ਕੀਤੀ, ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ। ਤਾਂ ਇਹ ਸ਼ਰਮ ਦੀ ਗੱਲ ਹੈ ਪੰਜਾਬ ਦੀ ਧਰਤੀ ਤੇ। ਇੱਕ ਗੱਲ ਰਹਿ ਗਈ ਸੀ ਜੀ, ਇੱਥੇ ਐਮਏ ਪੰਜਾਬੀ ਕਹਿੰਦੇ ਬੰਦ ਕਰ ਦਿੱਤੀ ਗਈ, ਕੀ ਹੋਰ ਪੰਜਾਬੀ ਵੀ ਨਹੀਂ ਚੱਲ ਰਹੀ, ਹੋਰ ਐਮਏ ਵੀ ਨਹੀਂ ਚੱਲ ਰਹੀ? नहीं, एमए पंजाबी बंद करती, एमए हिस्ट्री बंद करती, ठीक है। एमए अंग्रेजी चल रही है। ਠੀਕ ਹੈ, अंग्रेजी के प्रोफेसरों को देने लिए पैसे की प्रॉब्लम थोड़ी है। ਮਤਲਬ ਮਾਂ ਬੋਲੀ ਵਾਲੀ ਬੰਦ ਕਰਤੀ। माँ बोली दी कौन दी माँ बोली? माँ बोली ना रोजगार थोड़ी मिलता यार, माँ बोली ना रोटी थोड़ी मिलती है। माँ बोली नाल साडा की तलक है? साडा तलक पैसे नाल है। जिन्ना पैसा जड़ा वो पैसा बचाना, गल तो इन्नी है। जे वो माँ बोली नूं वेच के पैसा पाई जावे वो भी कर लांगे, जे अज नहीं तो जो वर्कलोड है, वर्कलोड सेम है जी। जिवें तुसी मैं इंग्लिश की गल की है, इंग्लिश डिपार्टमेंट ते पंजाबी डिपार्टमेंट का सेम वर्कलोड है, जबकि पंजाबी का इंग्लिश नालों ज़्यादा है। हुण भी कॉलेज दे विच इंग्लिश के 6 टीचर ने इस टाइम में, ते पंजाबी दे असीं ऑलरेडी 4 सीगे, चारों दे विचों भी सानूं 2 सीनियर मोस्ट नूं कढता।